ਸ਼ਲੋਕ ਮਹਿਲਾ ਪਹਿਲਾ। ਵੇਲ ਪਿਨਾਇਆ ਪੱਤ ਬੁਣਾਇਆ, ਕੱਟ ਕੁੱਟ ਕਰ ਖੁੰਭ ਚੜਾਇਆ। ਤਾਂ ਇਸ ਪਾਵਨ ਸ਼ਲੋਕ ਰਾਹੀਂ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜੋ ਸੱਚੇ ਹਰੀ ਤੋਂ ਵਿਛੜਿਆ ਹੋਇਆ ਮਨੁੱਖ ਹੈ, ਜੇ ਉਹ ਪ੍ਰਭੂ ਦੀ ਸਿਫਤ ਸਲਾਹ ਕਰੇ, ਰੱਬੀ ਗੁਣਾਂ ਦੇ ਨਾਲ ਜੁੜੇ, ਤਾਂ ਫਿਰ ਉਹ ਰੱਬ ਦੇ ਅੰਦਰ ਮਿਲ ਕੇ ਰੱਬ ਵਰਗਾ ਹੋ ਸਕਦਾ ਹੈ। ਯਾਨੀ ਜੇ ਕੋਈ ਖੁੰਝ ਗਿਆ ਹੈ ਜੀਵਨ ਦੇ ਅਸਲ ਰਾਸਤੇ ਤੋਂ, ਵਿਕਾਰਾਂ ਵਿੱਚ, ਅਪਰਾਧਾਂ ਵਿੱਚ ਆਪਣੀ ਜ਼ਿੰਦਗੀ ਨੂੰ ਰੋਲ ਬੈਠਾ ਹੈ, ਤਾਂ ਜੇ ਉਹ ਰੱਬੀ ਰਜ਼ਾ ਦੇ ਵਿੱਚ ਤੁਰਨਾ ਸ਼ੁਰੂ ਕਰੇ, ਰੱਬੀ ਗੁਣਾਂ ਦੇ ਨਾਲ ਜੁੜੇ, ਤਾਂ ਉਸ ਦੇ ਜੀਵਨ ਦੇ ਸੁਧਰਨ ਦੀ ਸੰਭਾਵਨਾ ਹੈ ਔਰ ਉਹ ਇਨਸਾਨ ਵੀ ਰੱਬ ਵਰਗਾ ਹੋ ਕੇ ਜੀ ਸਕਦਾ ਹੈ। ਇੱਕ ਮਿਸਾਲ ਦੇ ਕੇ ਸਮਝਾ ਰਹੇ ਨੇ, ਵੇਲ ਪਿਨਾਇਆ ਕੱਤ ਬੁਣਾਇਆ। ਕੱਤ ਦਾ ਮਤਲਬ ਕੱਤ ਕੇ, ਪਿਨਾਇਆ ਦਾ ਮਤਲਬ ਹੁੰਦਾ ਹੈ ਪਿੰਜਣਾ। ਜਿਵੇਂ ਅਸੀਂ ਰੂੰ ਬੀਬੀਆਂ ਭੈਣਾਂ ਚੁਗਦੀਆਂ ਹਨ ਨਾ, ਤੇ ਰੂੰ ਚੁਗਣ ਤੋਂ ਬਾਅਦ ਉਹਨੂੰ ਵੜੇਵਿਆਂ ਨੂੰ, ਜਿਹੜੇ ਚੁਗਿਆ ਹੁੰਦਾ ਕਪਾਹ ਹੈ, ਸੌਰੀ ਮੈਂ ਰੂੰ ਕਹਿ ਰਿਹਾ, ਕਪਾਹ ਚੁਗਣ ਤੋਂ ਬਾਅਦ ਵੇਲਣੇ ਵਿੱਚ ਵੇਲਿਆ ਜਾਂਦਾ ਹੈ, ਜਿਸ ਤੋਂ ਵੜੇਵੇਂ ਵੱਖਰੇ ਨਿਕਲਦੇ ਨੇ, ਰੂੰ ਵੱਖਰਾ ਨਿਕਲਦਾ ਹੈ। ਫਿਰ ਉਹਨੂੰ ਪਿੰਜਿਆ ਜਾਂਦਾ ਹੈ, ਫਿਰ ਉਹਨੂੰ ਕੱਤਿਆ ਜਾਂਦਾ ਹੈ, ਉਣਿਆ ਜਾਂਦਾ ਹੈ। ਤਾਂ ਰੂੰ ਵੇਲਣੇ ਵਿੱਚ ਵੇਲ ਕੇ ਪਿਨਾਈਦਾ, ਕੱਤ ਕੇ ਉਹਦਾ ਕੱਪੜਾ ਉਣਾਈਦਾ, ਕੱਟ ਕੁੱਟ ਕਰ ਖੁੰਭ ਚੜਾਇਆ, ਫਿਰ ਇਹਦੇ ਟੋਟੇ ਟੋਟੇ ਕਰਕੇ ਧੁਆਉਣ ਲਈ ਖੁੰਭ ਤੇ ਚੜਾਈਦਾ। ਹੁਣ ਜੋ ਖੁੰਭ ਹੈ, ਇਹਦੇ ਬਾਰੇ ਮੈਂ ਆਪ ਨਾਲ ਥੋੜੀ ਜਿਹੀ ਵਿਚਾਰ ਸਾਂਝੀ ਕਰਦੇ ਹਾਂ। ਖੁੰਭ ਜਿਹੜਾ ਹੈ, ਇੱਕ ਤਾਂ ਖੁੰਭ ਕਹਿੰਦੇ ਨੇ ਜਿਹੜੀ ਬਰਸਾਤ ਦੇ ਵਿੱਚ ਉਗਦੀਆਂ ਨੇ ਖੁੰਭਾਂ, ਲੇਕਿਨ ਉਹ ਨਹੀਂ ਹੈ ਇੱਥੇ ਦਾ ਮਤਲਬ। ਖੁੰਭ ਦਾ ਰੰਗ ਚਿੱਟਾ ਹੁੰਦਾ ਹੈ, ਇਸ ਕਰਕੇ ਚਿੱਟੇ ਦੀ ਉਪਮਾ ਲਈ ਬੋਲ ਰਹੇ ਨੇ ਕਿ ਫਲਾਂ ਚੀਜ਼ ਚਿੱਟਾ ਖੁੰਭ ਹੋ ਗਿਆ। ਉਸੇ ਗੱਲ ਤੋਂ ਜੋ ਧੋਬੀ ਕੱਪੜੇ ਤਪਾ ਕੇ ਫਿਰ ਧੋ ਕੇ ਡਾਢੇ ਚਿੱਟੇ ਕਰਦਾ ਹੈ, ਉਹਨੂੰ ਵੀ ਖੁੰਭ ਚਾੜਨਾ ਕਹਿੰਦੇ ਨੇ। ਜਿਸ ਭਾਂਡੇ ਵਿੱਚ ਕੱਪੜੇ ਤਪਾਉਂਦੇ ਨੇ ਉਹਨੂੰ ਖੁੰਭ ਕਹਿੰਦੇ ਨੇ। ਤਾਂ ਧੋਬੀ ਦਾ ਉਹ ਬਰਤਨ ਜਿਸ ਵਿੱਚ ਖਾਰਾ ਪਾਣੀ ਪਾ ਕੇ ਉੱਪਰ ਕੱਪੜੇ ਰੱਖ ਕੇ ਉਹ ਫਿਰ ਤੇਜ਼ ਭਾਫ ਦਿੰਦਾ ਹੈ, ਜਿਸ ਦੇ ਨਾਲ ਕੱਪੜੇ ਦੀ ਮੈਲ ਉਤਰਦੀ ਹੈ, ਉਹਨੂੰ ਕਹਿੰਦੇ ਨੇ ਖੁੰਭ ਚਾੜਨਾ। ਤਾਂ ਉਸ ਕੱਪੜੇ ਦੇ ਟੋਟੇ ਕਰਕੇ ਧੁਆਉਣ ਲਈ ਫਿਰ ਖੁੰਭ ਤੇ ਚਾੜੀਦਾ। ਜਦੋਂ ਕੱਪੜਾ ਤਿਆਰ ਹੋ ਗਿਆ, ਲੋਹਾ ਵੱਢੇ, ਦਰਜੀ ਪਾੜੇ, ਸੂਈ ਧਾਗਾ ਸੀਵੈ। ਇੱਥੇ ਲੋਹਾ ਦਾ ਮਤਲਬ ਹੈ ਕੈਂਚੀ। ਲੋਹਾ ਵੱਢੇ, ਕੈਂਚੀ ਉਸ ਕੱਪੜੇ ਨੂੰ ਕਤਰਦੀ ਹੈ। ਦਰਜੀ ਪਾੜੇ, ਦਰਜੀ ਉਸ ਕੱਪੜੇ ਨੂੰ ਪਾੜਦਾ ਹੈ। ਉਹ ਕੈਂਚੀ ਨਾਲ ਕੱਟਿਆ ਗਿਆ, ਕਿਤੇ ਹੱਥ ਨਾਲ ਉਹਨੂੰ ਪਾੜ ਦਿੱਤਾ। ਉਸ ਤੋਂ ਬਾਅਦ ਸੂਈ ਧਾਗਾ ਸੀਵੈ, ਸੂਈ ਔਰ ਧਾਗਾ ਉਸ ਕੱਪੜੇ ਨੂੰ ਫਿਰ ਜੋੜ ਦਿੰਦਾ, ਸੀ ਦਿੰਦਾ, ਤੇ ਉਸ ਕੱਪੜੇ ਨੂੰ ਫਿਰ ਲੋਕ ਵਰਤਦੇ ਨੇ। ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਇਉਂ ਪੱਤ ਪਾਟੀ ਸਿਫਤੀ ਸੀਪੈ, ਨਾਨਕ ਜੀਵਤ ਜੀਵੈ। ਇਹ ਪੱਤ ਨੂੰ ਪੋਲਾ ਜਿਹਾ ਪੱਤ ਨਹੀਂ ਪੜਨਾ, ਇਹਨੂੰ ਪੱਤ ਪੜਨਾ ਹੈ ਅੱਧਕ ਲਗਾ ਕੇ। ਐਵੇਂ, ਇਉਂ ਦਾ ਮਤਲਬ ਐਵੇਂ। ਪੱਤ ਪਾਟੀ ਦਾ ਮਤਲਬ ਗੁਆਚੀ ਹੋਈ ਇੱਜ਼ਤ। ਜੇ ਕਿਸੇ ਦੀ ਇੱਜ਼ਤ ਗੁਆਚ ਜਾਏ, ਬੰਦਾ ਵਿਕਾਰ ਆਦਿ ਕਮਾ ਲਵੇ। ਸਿਫਤੀ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ ਕਰਨ ਦੇ ਨਾਲ। ਜੀਵਤ ਜੀਵੇ ਦਾ ਮਤਲਬ ਅਸਲ ਜੀਵਨ ਗੁਜ਼ਾਰਨ ਲੱਗ ਜਾਂਦਾ ਹੈ। ਜਿਵੇਂ ਇਹ ਕੱਟਿਆ ਪਾੜਿਆ ਹੋਇਆ ਕੱਪੜਾ ਸੂਈ ਔਰ ਧਾਗੇ ਦੇ ਸਹਿਯੋਗ ਦੇ ਨਾਲ ਸੀਪ ਜਾਂਦਾ ਹੈ, ਗੁਰੂ ਜੀ ਕਹਿੰਦੇ ਨੇ ਤਿਵੇਂ ਹੀ ਇਹ ਨਾਨਕ ਮਨੁੱਖ ਦੀ ਗੁਆਚੀ ਹੋਈ ਇੱਜ਼ਤ ਪ੍ਰਭੂ ਦੀ ਸਿਫਤ ਸਲਾਹ ਕਰਨ ਦੇ ਨਾਲ ਫਿਰ ਬਣ ਆਉਂਦੀ ਹੈ, ਤੇ ਮਨੁੱਖ ਸੁਚੱਜਾ ਜੀਵਨ ਗੁਜ਼ਾਰਨ ਲੱਗ ਜਾਂਦਾ ਹੈ। ਜਿਵੇਂ ਕੱਪੜਾ ਕੱਟਿਆ ਗਿਆ, ਪਾਟ ਗਿਆ, ਉਹਨੂੰ ਸੂਈ ਧਾਗੇ ਦੇ ਨਾਲ ਸੀ ਦਿੱਤਾ, ਉਹ ਜੁੜ ਗਿਆ। ਇਸੇ ਤਰ੍ਹਾਂ ਜੇ ਕਿਸੇ ਦੀ ਇੱਜ਼ਤ ਗੁਆਚ ਗਈ ਹੈ, ਕਿਸੇ ਨੇ ਮਾੜੇ ਕਰਮ ਕੀਤੇ ਹਨ, ਤਾਂ ਜੇ ਉਹ ਫਿਰ ਪ੍ਰਭੂ ਦੀ ਸਿਫਤ ਸਲਾਹ ਕਰੇ, ਰੱਬੀ ਗੁਣਾਂ ਦੇ ਨਾਲ ਜੁੜੇ, ਰੱਬੀ ਰਜ਼ਾ ਵਿੱਚ ਤੁਰੇ, ਤਾਂ ਉਸ ਦੀ ਇੱਜ਼ਤ ਫਿਰ ਬਣ ਆਉਂਦੀ ਹੈ ਔਰ ਉਹ ਚੰਗੀ ਜ਼ਿੰਦਗੀ ਜੀ ਸਕਦਾ ਹੈ, ਚੰਗੀ ਜ਼ਿੰਦਗੀ ਗੁਜ਼ਾਰਨ ਲੱਗ ਜਾਂਦਾ ਹੈ। ਤਾਂ ਇੱਥੋਂ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜੇ ਕਿਸੇ ਵੀ ਕਾਰਨ ਕਰਕੇ
ਮਨੁੱਖ ਆਪਣੇ ਜੀਵਨ ਦੇ ਅਸਲ ਰਾਹ ਤੋਂ ਖੁੰਝ ਗਿਆ ਹੈ। ਵਿਕਾਰ ਆਦਿਕ ਉਸਨੇ ਕਮਾਏ ਨੇ, ਇੱਜ਼ਤ ਨਹੀਂ ਰਹੀ, ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੀ ਉਸ ਸੋਚ ਨੂੰ ਬਦਲੇ, ਵਿਕਾਰਾਂ ਪਾਪਾਂ ਨੂੰ ਛੱਡੇ, ਰੱਬੀ ਗੁਣਾਂ ਦੇ ਨਾਲ ਜੁੜੇ, ਰੱਬੀ ਰਜਾ ਦੇ ਵਿੱਚ ਤੁਰੇ। ਜਿਵੇਂ ਜਿਵੇਂ ਉਹ ਰੱਬੀ ਰਜਾ ਵਿੱਚ ਤੁਰੇਗਾ, ਗੁਣਾਂ ਦਾ ਧਾਰਨੀ ਹੋਵੇਗਾ, ਉਹਦੀ ਇੱਜ਼ਤ ਜਿਹੜੀ ਹੈ ਫਿਰ ਸਤਕਾਰ ਕਾਇਮ ਹੋ ਜਾਏਗਾ ਔਰ ਉਹ ਚੰਗੀ ਜ਼ਿੰਦਗੀ ਜੀਣ ਲੱਗ ਜਾਏਗਾ। ਇਹ ਸੰਭਾਵਨਾ ਹਰ ਇੱਕ ਦੇ ਅੰਦਰ ਹੈ ਔਰ ਇਸ ਚੀਜ਼ ਨੂੰ ਲੈ ਕੇ ਚੱਲਣਾ ਚਾਹੀਦਾ ਹੈ। ਇਹਦੇ ਤੋਂ ਸਾਨੂੰ ਲਾਭ ਉਠਾਉਣਾ ਚਾਹੀਦਾ ਹੈ। ਇਤਿਹਾਸ ਗਵਾਹ ਹੈ, ਕਿਤਨੇ ਐਸੇ ਲੋਕ ਨੇ ਜੋ ਪਾਪੀ ਵਿਕਾਰੀ ਸਨ, ਲੇਕਿਨ ਉਹ ਸ਼ੁਭ ਗੁਣਾਂ ਦੇ ਨਾਲ ਜੁੜ ਕੇ ਮਹਾਨ ਇਨਸਾਨ ਹੋ ਗਏ, ਜਿਵੇਂ ਸੱਜਣ ਸੀ, ਕੌਡਾ ਭੀਲ ਸੀ, ਭੂਮੀਆਂ ਸੀ। ਇਸ ਤੋਂ ਇਲਾਵਾ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਅਜਾਮਲ ਪਾਪੀ ਜਗ ਜਾਣੈ, ਨਿਮਕ ਮਹਿ ਨਿਸਤਾਰਾ। ਅਜਾਮਲ ਵਰਗਿਆਂ ਦਾ ਪਾਰ ਉਤਾਰਾ ਹੋ ਗਿਆ, ਵੈਸ਼ਿਆਵਾਂ ਤਰ ਗਈਆਂ। ਕਹਿਣ ਤੋਂ ਭਾਵ ਕੋਈ ਵੀ ਇਨਸਾਨ ਆਪਣੇ ਜੀਵਨ ਨੂੰ ਚੰਗਾ ਸੁਚੱਜਾ ਬਣਾ ਸਕਦਾ ਹੈ ਰੱਬੀ ਗੁਣਾਂ ਦੇ ਨਾਲ ਜੁੜ ਕੇ। ਹੋਏ ਪੁਰਾਣਾ ਕੱਪੜ ਪਾਟੈ, ਸੂਈ ਧਾਗਾ ਗੰਢੈ। ਗੁਰੂ ਜੀ ਕਹਿੰਦੇ ਹਨ, ਜੇ ਕੱਪੜਾ ਪੁਰਾਣਾ ਹੋ ਜਾਏ, ਜੇ ਕੱਪੜਾ ਪੁਰਾਣਾ ਹੋ ਜਾਏ, ਕੱਪੜਾ ਪੁਰਾਣਾ ਹੋ ਕੇ ਪਾਟ ਜਾਏ, ਤੇ ਉਸ ਪਾਟੇ ਹੋਏ ਕੱਪੜੇ ਨੂੰ ਸੂਈ ਤੇ ਧਾਗਾ ਗੰਢ ਦੇਵੇ। ਜੀਰਨ ਹੋਇਆ ਕੱਪੜਾ ਹੈ, ਪੁਰਾਣਾ ਹੋ ਗਿਆ ਹੈ, ਫਟ ਗਿਆ ਹੈ, ਤੇ ਜੇ ਸੂਈ ਧਾਗੇ ਨਾਲ ਉਹਨੂੰ ਥੋੜਾ ਜਿਹਾ ਸੀਨ ਲਵੀਏ, ਗੰਢ ਲਵੀਏ, ਸੂਈ ਧਾਗਾ ਗੰਢ ਹੈ। ਮਾਹ ਪੱਖ ਕਿਹੋ ਚੱਲੇ ਨਾਹੀ, ਘੜੀ ਮੁਹਤ ਕਿਛ ਹੰਡੈ। ਮਾਹ ਦਾ ਮਤਲਬ ਮਹੀਨਾ ਤੇ ਪੱਖ ਦਾ ਮਤਲਬ ਹੁੰਦਾ ਹੈ 15 ਦਿਨ। 15 ਦਿਨਾਂ ਨੂੰ ਪੱਖ ਫਾੜਾ ਕਹਿੰਦੇ ਨੇ। ਜਿਵੇਂ ਚਾਨਣ ਤੇ ਹਨੇਰਾ ਪੱਖ ਜਿਹੜਾ ਹੈ ਚੰਦਰਮਾ ਦਾ, ਅੱਧਾ ਮਹੀਨਾ। ਕਿਹੋ ਦਾ ਮਤਲਬ ਕਿਛ, ਕੁਝ। ਚੱਲੇ ਦਾ ਮਤਲਬ ਚੱਲਦਾ ਨਹੀਂ, ਹੰਡਦਾ ਨਹੀਂ। ਮੁਹਤ ਦਾ ਮਤਲਬ ਮਹੂਰਤ, 2 ਘੜੀਆਂ। ਪਰ ਇਹੋ ਜਿਹਾ ਜਿਹੜਾ ਗੰਢਿਆ ਹੋਇਆ ਪੁਰਾਣਾ ਕੱਪੜਾ ਹੈ, ਕੋਈ ਮਹੀਨਾ ਅੱਧਾ ਮਹੀਨਾ ਨਹੀਂ ਚੱਲਦਾ। ਸਿਰਫ ਘੜੀ 2 ਘੜੀ, ਥੋੜੇ ਬਾਤੇ ਚਿਰ ਵਾਸਤੇ ਉਹ ਚੱਲ ਜਾਂਦਾ ਹੈ। ਜੀਰਨ ਹੋਇਆ ਕੱਪੜਾ ਜੇ ਉਹਨੂੰ ਥੋੜਾ ਜਿਹਾ ਸੀ ਕੇ ਘੜੀ ਪਾ ਲਓ, ਕੰਮ ਦੇ ਜਾਂਦਾ ਹੈ, ਜ਼ਿਆਦਾ ਸਮਾਂ ਉਹ ਨਹੀਂ ਚੱਲਦਾ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸੱਚ ਪੁਰਾਣਾ ਹੋਵੇ ਨਾਹੀ, ਸੀਤਾ ਕਦੇ ਨਾ ਪਾਟੈ। ਪਰ ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ। ਜੋ ਰੱਬੀ ਗੁਣ ਨੇ ਇਹ ਕਦੇ ਪੁਰਾਣੇ ਨਹੀਂ ਹੁੰਦੇ। ਸੀਤਾ ਕਦੇ ਨਾ ਪਾਟੈ, ਤੇ ਜਿਹੜਾ ਰੱਬ ਦੇ ਨਾਲ ਸੀਪ ਜਾਂਦਾ ਨਾ, ਸੱਚ ਦੇ ਨਾਲ ਜੁੜ ਜਾਂਦਾ ਹੈ, ਉਹ ਫਿਰ ਕਦੇ ਪਾਟਦਾ ਨਹੀਂ ਹੈ। ਜਿਵੇਂ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਵਿਚਾਰਿਆ ਸੀ ਨਾ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਸੀਤੋ ਸੀਤਾ ਦਾ ਮਤਲਬ ਚੰਗੀ ਤਰ੍ਹਾਂ ਸੀਤਾ ਹੋਇਆ, ਸੱਚ ਦੇ ਨਾਲ ਜੁੜਿਆ ਹੋਇਆ, ਸੱਚ ਦੇ ਵਿੱਚ ਜਿਸ ਨੇ ਆਪਣੀ ਮੈਂਟੈਲਿਟੀ ਨੂੰ ਮਿਲਾ ਦਿੱਤਾ ਹੈ, ਉਹ ਫਿਰ ਕਦੇ ਪਾਟਦਾ ਨਹੀਂ। ਯਾਨੀ ਉਹ ਰੱਬ ਦੇ ਨਾਲੋਂ ਵੱਖਰਾ ਨਹੀਂ ਹੁੰਦਾ, ਸੱਚ ਦੇ ਨਾਲੋਂ ਵੱਖਰਾ ਨਹੀਂ ਹੁੰਦਾ। ਤਾਂ ਜੋ ਸੱਚ ਹੈ ਕਦੇ ਪੁਰਾਣਾ ਨਹੀਂ ਹੁੰਦਾ ਤੇ ਸੀਤਾ ਹੋਇਆ ਕਦੇ ਪਾਟਦਾ ਨਹੀਂ। ਭਾਵ ਜੋ ਪ੍ਰਭੂ ਦੇ ਨਾਲ ਜੁੜਿਆ ਹੋਇਆ ਮਨ ਹੈ, ਉਹ ਮਨ ਕਦੇ ਫਿਰ ਟੁੱਟਦਾ ਨਹੀਂ, ਉਹਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਉਹਨੂੰ ਆਰੇ ਨਾਲ ਚੀਰਿਆ ਜਾ ਸਕਦਾ ਹੈ, ਪਰ ਸੱਚ ਨਾਲੋਂ ਨਹੀਂ ਤੋੜਿਆ ਜਾ ਸਕਦਾ। ਨਾਨਕ ਸਾਹਿਬ ਸੱਚੋ ਸੱਚਾ, ਤਿੱਚਰ ਜਾਪੀ ਜਾਪੈ। ਤਿੱਚਰ ਜਾਪੀ ਜਾਪੇ। ਤਿੱਚਰ ਦਾ ਮਤਲਬ ਓਨਾ ਚਿਰ, ਤਿੱਚਰ ਦਾ ਮਤਲਬ ਓਨਾ ਚਿਰ। ਜਾਪੈ ਦਾ ਮਤਲਬ ਜਾਪਦਾ ਹੈ, ਜਾਪੀ ਦਾ ਮਤਲਬ ਜਪਿਆ ਜਾਏ। ਤਿੱਚਰ ਜਾਪੀ ਜਾਪੇ ਦਾ ਮਤਲਬ ਓਨਾ ਚਿਰ ਦਿਸਦਾ ਹੈ ਜਿੰਨਾ ਚਿਰ ਜਪੀਏ। ਜਾਪੈ ਦਾ ਮਤਲਬ, ਜਾਪੀ ਜਾਪੈ, ਜਿੰਨਾ ਚਿਰ ਤੱਕ ਦਿਸਦਾ ਹੈ, ਓਨਾ ਚਿਰ ਤੱਕ ਦਿਸਦਾ ਹੈ ਜਿੰਨਾ ਚਿਰ ਤੱਕ ਉਹਦੇ ਨਾਲ ਸੰਬੰਧ ਬਣਾਇਆ ਜਾਏ। ਗੁਰੂ ਜੀ ਕਹਿੰਦੇ ਨੇ, ਪ੍ਰਭੂ ਖਸਮ ਸਦਾ ਕਾਇਮ ਰਹਿਣ ਵਾਲਾ ਹੈ। ਨਾਨਕ ਸਾਹਿਬ ਸੱਚੋ ਸੱਚਾ। ਸੱਚੋ ਸੱਚਾ ਦਾ ਮਤਲਬ ਸਦਾ ਸੱਚ, ਸਦਾ ਰਹਿਣ ਵਾਲਾ। ਰੱਬ ਹਰ ਥਾਂ ਤੇ ਹੈ, ਹਰ ਸਮੇਂ ਹੈ। ਸੱਚ ਹਰ ਥਾਂ ਤੇ ਹੈ, ਹਰ ਸਮੇਂ ਹੈ। ਪਰ ਤਿੱਚਰ ਦਾ ਮਤਲਬ ਦਿਸਦਾ ਓਨਾ ਚਿਰ ਹੈ ਜਿੰਨਾ ਚਿਰ ਉਹਨੂੰ ਜਪਿਆ ਜਾਏ, ਉਹਦੇ ਗੁਣ ਗਾਏ ਜਾਣ, ਉਹਦੇ ਨਾਲ ਸੰਬੰਧ ਬਣਾਇਆ ਜਾਏ। ਜੇ ਉਹਨੂੰ ਵੇਖਣਾ ਛੱਡ ਦੋ ਤੇ ਫਿਰ ਬੰਦ ਹੋ ਜਾਏਗਾ। ਤੁਹਾਡੇ ਘਰ ਵਿੱਚ ਲਾਈਟ ਕਿੰਨਾ ਚਿਰ ਰਹਿ ਸਕਦੀ ਹੈ? ਜਿੰਨਾ ਚਿਰ ਸਵਿਚ ਔਨ ਰੱਖੋਗੇ, ਸਵਿਚ ਆਫ ਕਰੋਗੇ ਹਨੇਰਾ ਹੋ ਜਾਏਗਾ। ਲਾਈਟ ਹੈ, ਫਿਟਿੰਗ ਹੋਈ ਹੈ,
ਲਾਈਟ ਔਨ ਕਰਦੇ ਹੋ, ਤੁਹਾਡੇ ਕਮਰੇ ਚਾਨਣੇ ਦੇ ਨਾਲ ਭਰ ਜਾਂਦੇ ਨੇ, ਪਰ ਉਹਨਾਂ ਚਿਰ ਚਾਨਣ ਰਹਿੰਦਾ ਜਿੰਨਾ ਚਿਰ ਲਾਈਟ ਔਨ ਰੱਖਦੇ ਹੋ। ਇਸੇ ਤਰ੍ਹਾਂ ਰੱਬ ਹਰ ਥਾਂ ਤੇ ਮੌਜੂਦ ਹੈ, ਪਰ ਸਾਨੂੰ ਦਿਸਦਾ ਉਦੋਂ ਤੱਕ ਹੈ ਜਦੋਂ ਤੱਕ ਅਸੀਂ ਉਹਦੇ ਨਾਲ ਆਪਣਾ ਸੰਬੰਧ ਜੋੜਦੇ ਹਾਂ। ਜਦੋਂ ਸੰਬੰਧ ਤੋੜ ਲੋਗੇ ਦਿਸਣੋਂ ਬੰਦ ਹੋ ਜਾਏਗਾ। ਇਹ ਚੀਜ਼ ਨੂੰ ਥੋੜਾ ਜਿਹਾ ਆਪਾਂ ਹੋਰ ਢੰਗ ਨਾਲ ਸਮਝਦੇ ਹਾਂ। ਹੁਣ ਮੰਨ ਲਓ ਮੈਂ ਤੁਹਾਡੇ ਵਿੱਚ ਪ੍ਰਭੂ ਨੂੰ ਵੇਖ ਰਿਹਾ ਵੀ ਸਾਰਿਆਂ ਦੇ ਵਿੱਚ ਰੱਬ ਦੀ ਜੋਤ ਹੈ, ਸਭ ਮੈਂ ਜੋਤ ਜੋਤ ਹੈ ਸੋਏ। ਹੁਣ ਇਹ ਜੋਤ ਕਦੋਂ ਤੱਕ ਦਿਸੇਗੀ? ਜਦੋਂ ਤੱਕ ਮੈਂ ਤੁਹਾਡੇ ਨਾਲ ਰੱਬ ਵਰਗਾ ਬਿਹੇਵੀਅਰ ਕਰਾਂਗਾ, ਪਿਆਰ ਕਰਾਂਗਾ। ਜਦੋਂ ਤੱਕ ਮੈਨੂੰ ਇਹ ਵਿਸ਼ਵਾਸ ਹੈ, ਜਦੋਂ ਤੱਕ ਮੈਂ ਤੁਹਾਡੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਾਂਗਾ, ਮੈਨੂੰ ਰੱਬੀ ਜੋਤ ਪ੍ਰਤੀਤ ਹੋਏਗੀ। ਤੇ ਜੇ ਮੈਂ ਆਪਣੀ ਸੋਚ ਨੂੰ ਬਦਲ ਲਵਾਂ, ਜੇ ਮੈਂ ਬਿਹੇਵੀਅਰ ਮਾੜਾ ਕਰਨਾ ਸ਼ੁਰੂ ਕਰ ਦਿਆਂ, ਤਾਂ ਜੋਤ ਦਿਸਣੀ ਬੰਦ ਹੋ ਜਾਏਗੀ। ਯਾਨੀ ਰੱਬ ਹਰ ਥਾਂ ਤੇ ਹੈ, ਪਰ ਉਹਨਾਂ ਚਿਰ ਹੀ ਦਿਸਦਾ ਜਿੰਨਾ ਚਿਰ ਬੰਦਾ ਉਹਦੇ ਗੁਣਾਂ ਦੇ ਨਾਲ ਜੁੜਿਆ ਰਹਿੰਦਾ ਹੈ, ਉਹਦੇ ਹੁਕਮ ਦੇ ਵਿੱਚ ਤੁਰਦਾ ਰਹਿੰਦਾ ਹੈ। ਤਾਂ ਇਸ ਲਈ ਜੇ ਅਸੀਂ ਹਰ ਵਕਤ ਪ੍ਰਭੂ ਨੂੰ ਵੇਖਣਾ ਚਾਹੁੰਦੇ ਹਾਂ, ਤਾਂ ਸਾਨੂੰ ਹਰ ਵਕਤ ਰੱਬੀ ਗੁਣਾਂ ਦੇ ਨਾਲ ਜੁੜਨਾ ਚਾਹੀਦਾ ਹੈ, ਹਰ ਸਮੇਂ ਰੱਬੀ ਰਜ਼ਾ ਦੇ ਵਿੱਚ ਤੁਰਨਾ ਚਾਹੀਦਾ ਹੈ। ਮਹਿਲਾ ਪਹਿਲਾ। ਹੁਣ ਇਸ ਸ਼ਲੋਕ ਰਾਹੀਂ ਗੁਰਦੇਵ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਮਨੁੱਖਾ ਜੀਵਨ ਨੂੰ ਹਲਾਲ ਕਿਵੇਂ ਕੀਤਾ ਜਾਏ। ਜਿਵੇਂ ਮੁਸਲਮਾਨ ਵੀਰ ਨੇ, ਉਹਨਾਂ ਦਾ ਖਿਆਲ ਹੈ ਕਿ ਕਲਮਾ ਪੜ੍ਹ ਕੇ ਜਦੋਂ ਕਿਸੇ ਜੀਵ ਨੂੰ ਜ਼ਿਬਾ ਕੀਤਾ ਜਾਂਦਾ ਹੈ ਤੇ ਉਹ ਰੱਬ ਦੇ ਦਰ ਤੇ ਪ੍ਰਵਾਨ ਹੁੰਦਾ ਹੈ, ਜਾਂ ਉਹ ਹਲਾਲ ਹੋ ਜਾਂਦਾ ਹੈ, ਉਹ ਪ੍ਰਵਾਨ ਹੋ ਜਾਂਦਾ ਹੈ। ਹੁਣ ਗੱਲ ਇਹ ਹੈ ਕਿ ਇਹ ਜੀਵਨ ਜਿਹੜਾ ਹੈ ਰੱਬ ਦੇ ਦਰ ਤੇ ਪ੍ਰਵਾਨ ਕਿਵੇਂ ਹੋਵੇ। ਜੀਵਨ ਸਾਡਾ ਮਨੁੱਖਾ ਜੀਵਨ ਜਿਹੜਾ ਹੈ ਇਹ ਹਲਾਲ ਕਿਵੇਂ ਹੋਵੇ, ਇਹ ਰੱਬ ਦੇ ਦਰ ਤੇ ਪ੍ਰਵਾਨ ਕਿਵੇਂ ਹੋਵੇ। ਤਾਂ ਉਹਦੇ ਵਾਸਤੇ ਗੁਰਦੇਵ ਸਾਨੂੰ ਉਪਦੇਸ਼ ਕਰ ਰਹੇ ਨੇ, ਸੱਚ ਕੀ ਕਾਤੀ ਸੱਚ ਸਭ ਸਾਰ। ਇੱਥੇ ਕਾਤੀ ਦਾ ਮਤਲਬ, ਕਾਤੀ ਕੈਂਚੀ ਨੂੰ ਕਹਿੰਦੇ ਨੇ, ਇੱਥੇ ਕਾਤੀ ਦਾ ਮਤਲਬ ਹੈ ਕਰਦ, ਯਾਨੀ ਛੁਰੀ। ਸੱਚ ਕੀ ਕਾਤੀ, ਕਿਉਂਕਿ ਛੁਰੀ ਦੇ ਨਾਲ ਜੋ ਮੁਸਲਮਾਨ ਵੀਰ ਨੇ ਉਹਦਾ ਗਲਾ ਕੱਟਦੇ ਨੇ, ਰਗ ਕੱਟਦੇ ਨੇ, ਤੇ ਰਗ ਕੱਟਣ ਦੇ ਨਾਲ ਫਿਰ ਉਸ ਜਾਨਵਰ ਦਾ ਸਾਰਾ ਖੂਨ ਨਿਕਲ ਜਾਂਦਾ ਹੈ। ਖੂਨ ਨਿਕਲਣ ਦੇ ਨਾਲ ਉਹ ਜਾਨਵਰ ਮਰ ਜਾਂਦਾ ਹੈ। ਕਲਮਾਂ ਪੜੀਆਂ ਜਾਂਦੀਆਂ ਨੇ ਤੇ ਸਮਝਿਆ ਜਾਂਦਾ ਹੈ ਕਿ ਇਹ ਹਲਾਲ ਹੋ ਗਿਆ ਹੈ, ਖੂਨ ਨਿਕਲ ਗਿਆ, ਕਲਮਾਂ ਪੜੀਆਂ, ਸਮਝ ਲਿਆ ਕਿ ਇਹ ਹਲਾਲ ਹੋ ਗਿਆ ਹੈ। ਤਾਂ ਹੁਣ ਗੁਰੂ ਜੀ ਕਹਿੰਦੇ ਹਨ ਕਿ ਜੇ ਤੁਸੀਂ ਆਪਣੇ ਜੀਵਨ ਨੂੰ ਹਲਾਲ ਕਰਨਾ ਚਾਹੁੰਦੇ ਹੋ ਕਿ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਏ, ਤਾਂ ਜੀਵਨ ਨੂੰ ਪ੍ਰਵਾਨ ਕਰੋ। ਕਿਵੇਂ ਹੋਏਗਾ? ਸੱਚ ਕੀ ਕਾਤੀ, ਜੇ ਸੱਚ ਦੀ ਛੁਰੀ ਹੋਵੇ, ਸੱਚ ਨੂੰ ਛੁਰੀ ਬਣਾਇਆ ਜਾਏ। ਸੱਚ ਸਭ ਸਾਰ, ਤੇ ਜਿਹਦੀ ਛੁਰੀ ਬਣੀ ਹੋਵੇ ਉਹ ਵੀ ਸੱਚ ਹੀ ਹੋਵੇ। ਸਾਰ ਦਾ ਮਤਲਬ ਲੋਹਾ। ਜੇ ਸੱਚ ਛੁਰੀ ਹੋਵੇ ਔਰ ਸੱਚ ਹੀ ਸਾਰਾ ਲੋਹਾ ਹੋਵੇ, ਯਾਨੀ ਸੱਚ ਦੇ ਲੋਹੇ ਦੀ ਛੁਰੀ ਬਣੀ ਹੋਵੇ, ਸੱਚ ਨੂੰ ਛੁਰੀ ਬਣਾ ਲਵੇ। ਸੱਚ ਨੂੰ ਛੁਰੀ ਬਣਾ ਕੇ ਸੱਚ ਕੀ ਕਾਤੀ ਸੱਚ ਸਭ ਸਾਰ, ਘਾੜਤ ਤਿਸ ਕੀ ਅਪਰ ਅਪਾਰ। ਉਸ ਛੁਰੀ ਦੀ ਘਾੜਤ ਜਿਹੜੀ ਹੈ ਬੜੀ ਸੁੰਦਰ ਹੁੰਦੀ ਹੈ। ਅਸੀਂ ਕਈ ਵਾਰ ਚਾਕੂ ਖਰੀਦਨੇ ਨਾ ਛੋਟੇ ਮੋਟੇ, ਤੇ ਵੈਸੇ ਤੇ ਚਾਕੂ ਨਾਲ ਸਬਜ਼ੀ ਹੀ ਕੱਟਣੀ ਹੁੰਦੀ ਹੈ, ਪਰ ਕਈ ਵਾਰ ਅਸੀਂ ਦੇਖਦੇ ਹਾਂ ਵੀ ਇਹ ਡਿਜ਼ਾਈਨ ਇਹ ਤਾਂ ਬੜਾ ਵਧੀਆ ਹੈ, ਬਣਤਰ ਬੜੀ ਵਧੀਆ ਹੈ। ਤਾਂ ਗੁਰੂ ਜੀ ਕਹਿੰਦੇ ਨੇ ਘਾੜਤ ਤਿਸ ਕੀ ਅਪਰਪਾਰ। ਜਿਹੜੀ ਸੱਚ ਦੀ ਘਾੜਤ ਹੈ ਨਾ, ਸੱਚ ਦੀ ਘਾੜਤ ਬਣਾਵਟ ਜਿਹੜੀ ਹੈ ਬਹੁਤ ਸੁੰਦਰ ਹੁੰਦੀ ਹੈ। ਸੱਚ ਤੋਂ ਸੁੰਦਰ ਇਸ ਦੁਨੀਆ ਵਿੱਚ ਕੁਝ ਵੀ ਨਹੀਂ। ਜੋ ਮਨ ਬਚਨ ਕਰਮ ਕਰਕੇ ਸੱਚਾ ਇਨਸਾਨ ਹੈ, ਉਸ ਦੀ ਘਾੜਤ ਕਿੰਨੀ ਸੋਹਣੀ ਹੈ। ਤਾਂ ਉਹ ਜੋ ਸੱਚ ਦੀ ਛੁਰੀ ਹੈ ਉਹਦੀ ਘਾੜਤ ਬੜੀ ਸੋਹਣੀ ਹੈ। ਸ਼ਬਦੇ ਸਾਨ ਰਖਾਈ ਲਾਏ। ਹੁਣ ਫਿਰ ਜਿਹੜਾ ਚਾਕੂ ਹੁੰਦਾ ਨਾ, ਛੁਰੀ ਹੁੰਦੀ ਹੈ, ਉਹਨੂੰ ਸਾਣ ਤੇ ਲਾਉਂਦੇ ਨੇ। ਸਾਣ ਤੇ ਲਾ ਕੇ ਉਹਨੂੰ ਤੇਜ਼ ਕਰੀਦਾ। ਜੇ ਚਾਕੂ ਤੇਜ਼ ਨਾ ਹੋਏ ਤਾਂ ਕੋਈ ਚੀਜ਼ ਕੱਟੇਗਾ ਨਹੀਂ। ਹੁਣ ਇਹ ਸੱਚ ਨੂੰ ਵਰਤੋਂ ਵਿੱਚ ਲਿਆਉਣ ਲਈ ਸਾਣ ਕਾਹਦੀ ਹੈ? ਸ਼ਬਦ ਰੂਪੀ ਸਾਣ ਤੇ ਰੱਖ ਲਓ, ਸ਼ਬਦ ਰੂਪੀ ਸਾਣ ਤੇ ਲਾਓ। ਇਹ ਛੁਰੀ ਸਤਿਗੁਰ ਦੇ ਸ਼ਬਦ ਦੀ ਸਾਣ ਤੇ ਰੱਖ ਕੇ ਤੇਜ਼ ਕੀਤੀ ਜਾਂਦੀ ਹੈ। ਯਾਨੀ ਗੁਰੂ ਗਿਆਨ ਰਾਹੀਂ ਆਪਣੇ ਜੀਵਨ ਨੂੰ ਬਿਤਾਣਾ ਹੈ,
ਔਰ ਗਿਆਨ ਦੇ ਨਾਲ ਵਰਤੋਂ ਵੇਖਣਾ ਹੈ ਕਿ ਸੱਚ ਜੋ ਮੈਂ ਕਰ ਰਿਹਾ ਹੈ ਸੱਚ ਹੈ ਵੀ ਕਿ ਨਹੀਂ ਹੈ। ਗਿਆਨ ਦੀ ਵਰਤੋਂ, ਆਪਣੇ ਗਿਆਨ ਦੀ ਵਰਤੋਂ ਸੱਚ ਨੂੰ ਬੇਸ ਬਣਾ ਕੇ ਕਰਨੀ ਹੈ। ਗੁਰੂ ਦੇ ਸ਼ਬਦ ਰਾਹੀਂ ਇਸ ਛੁਰੀ ਨੂੰ ਸਾਣ ਤੇ ਲਾਣਾ ਹੈ। ਮੀਨਸ ਕਿ ਗੁਰੂ ਦੇ ਗਿਆਨ ਦੇ ਧਾਰਨੀ ਹੋਣਾ ਹੈ, ਗਿਆਨ ਦੀ ਸਹੀ ਵਰਤੋਂ ਕਰਨੀ ਹੈ। ਪਹਿਲੀ ਗੱਲ ਸੱਚ, ਦੂਜੀ ਗੱਲ ਗਿਆਨ, ਗਿਆਨ ਦੀ ਸਹੀ ਵਰਤੋਂ। ਗੁਣ ਕੀ ਥੇਕੈ ਵਿੱਚ ਸਮਾਏ, ਵਿੱਚ ਤੇ ਵਿਸ਼ਰਾਮ ਲਗਾਣਾ ਹੈ। ਗੁਣ ਕੀ ਥੇਕੈ ਵਿੱਚ ਸਮਾਏ, ਥੇਕ ਦਾ ਮਤਲਬ ਹੁੰਦਾ ਹੈ ਮਿਆਨ, ਜਿਹਦੇ ਅੰਦਰ ਛੁਰੀ ਨੂੰ ਰੱਖੀਦਾ ਹੈ। ਜਿਵੇਂ ਕਿਰਪਾਨ ਰੱਖੀਦੀ ਹੈ ਮਿਆਨ ਵਿੱਚ, ਐਵੇਂ ਛੁਰੀ ਰੱਖਣ ਵਾਸਤੇ ਥੈਲੀ ਹੈ, ਯਾਨੀ ਮਿਆਨ ਹੈ। ਹੁਣ ਜਿਹੜੀ ਸੱਚ ਦੀ ਛੁਰੀ ਹੈ ਔਰ ਗਿਆਨ ਦੀ ਸਾਣ ਤੇ ਲਾਈ ਹੈ, ਉਹਨੂੰ ਰੱਖਣਾ ਕਿਹਦੇ ਵਿੱਚ ਹੈ? ਗੁਣ ਕੀ ਥੇਕੈ, ਗੁਣਾਂ ਦੀ ਮਿਆਨ ਦੇ ਵਿੱਚ ਰੱਖਣਾ ਹੈ ਉਸਨੂੰ, ਗੁਣਾਂ ਦੀ ਮਿਆਨ ਵਿੱਚ। ਯਾਨੀ ਜੇ ਜੀਵਨ ਨੂੰ ਰੱਬੀ ਦਰ ਤੇ ਪ੍ਰਵਾਨ ਕਰਨਾ ਹੈ ਤਾਂ ਤਿੰਨ ਚੀਜ਼ਾਂ ਆ ਗਈਆਂ। ਪਹਿਲੀ ਗੱਲ ਸੱਚ, ਦੂਜੀ ਗੱਲ ਯੂਨੀਵਰਸਲ ਟਰੁੱਥ ਗਿਆਨ, ਤੇ ਤੀਜੀ ਗੱਲ ਗੁਣ। ਗੁਣਾਂ ਦੇ ਵਿੱਚ ਉਸ ਕਰਦ ਨੂੰ ਰੱਖਣਾ ਹੈ, ਗੁਣਾਂ ਦੇ ਧਾਰਨੀ ਹੋਣਾ ਹੈ। ਤਿਸ ਦਾ ਕੁੱਠਾ ਹੋਵੇ ਸ਼ੇਖ, ਕੁੱਠਾ ਦਾ ਮਤਲਬ ਕੋਇਆ ਹੋਇਆ। ਜਿਵੇਂ ਛੁਰੀ ਮਾਰੀ ਦੀ ਹੈ ਨਾ, ਤੇ ਛੁਰੀ ਮਾਰਨ ਤੋਂ ਬਾਅਦ ਉਸ ਜਾਨਵਰ ਦਾ ਖੂਨ ਨਿਕਲ ਜਾਂਦਾ ਹੈ, ਉਹਨੂੰ ਕਹਿੰਦੇ ਨੇ ਹਲਾਲ ਕਰਨਾ, ਕੁੱਠਾ, ਕੂਣਾ। ਜੇ ਸ਼ੇਖ ਇਸ ਛੁਰੀ ਦਾ ਕੁੱਠਾ ਹੋਇਆ ਹੋਵੇ, ਹੁਣ ਛੁਰੀ ਦਾ ਕੁੱਠਾ ਹੋਇਆ ਹੋਵੇ ਦਾ ਮਤਲਬ ਕਿ ਜੇ ਸ਼ੇਖ ਦਾ ਜੀਵਨ ਸਤਿਗੁਰ ਦੇ ਸ਼ਬਦ, ਪ੍ਰਭੂ ਦੀ ਸਿਫਤ ਸਲਾਹ ਔਰ ਸੱਚ ਦੇ ਨਾਲ ਘੜਿਆ ਹੋਵੇ, ਪ੍ਰਭੂ ਦੀ ਸਿਫਤ ਸਲਾਹ, ਗੁਣ, ਸੱਚ ਔਰ ਗਿਆਨ ਦੇ ਨਾਲ ਜੇ ਜੀਵਨ ਘੜਿਆ ਹੋਵੇ, ਲੋਹੂ ਲੱਭ ਨਿਕੱਥਾ ਵੇਖ। ਲੋਹੂ ਦਾ ਮਤਲਬ ਲਹੂ, ਖੂਨ, ਨਿਕੱਥਾ ਦਾ ਮਤਲਬ ਨਿਕਲਿਆ ਹੋਇਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਅੰਦਰੋਂ ਲੱਭ ਰੂਪ ਲਹੂ ਜ਼ਰੂਰ ਨਿਕਲ ਜਾਂਦਾ ਹੈ। ਜਿਹੜਾ ਬੰਦਾ ਆਪਣੇ ਜੀਵਨ ਦੀ ਘਾੜਤ ਘੜੇਗਾ ਨਾ, ਜਿਹਦੇ ਅੰਦਰ ਸੱਚ ਹੋਏਗਾ, ਗਿਆਨ ਦੀ ਸਹੀ ਵਰਤੋਂ ਕਰੇਗਾ, ਗੁਣਾਂ ਦਾ ਧਾਰਨੀ ਹੋਵੇਗਾ, ਉਹਦੇ ਅੰਦਰੋਂ ਲੱਭ ਦਾ ਲਹੂ ਨਿਕਲ ਜਾਏਗਾ। ਉਹਦੇ ਅੰਦਰ ਲੱਭ ਲੋਭ ਨਹੀਂ ਰਹੇਗਾ, ਨਾ ਉਹਦੇ ਵਿੱਚ ਚਸਕਿਆਂ ਦਾ ਬਿਰਤੀ ਰਹਿਣੀ ਹੈ, ਨਾ ਉਹਨੇ ਬੇਗਾਨਾ ਹੱਕ ਖਾਣਾ ਹੈ। ਉਹਦੇ ਅੰਦਰੋਂ ਲੱਭ ਲੋਭ ਦਾ ਲਹੂ ਜਿਹੜਾ ਹੈ ਉਹ ਨਿਕਲ ਜਾਏਗਾ। ਹੋਏ ਹਲਾਲ ਲੱਗੇ ਹੱਕ ਜਾਏ, ਇੱਥੇ ਹੱਕ ਦਾ ਮਤਲਬ ਹੈ ਸੱਚ, ਰੱਬ। ਹੋਏ ਹਲਾਲ, ਤਾਂ ਇਸ ਤਰ੍ਹਾਂ ਬੰਦਾ ਹਲਾਲ ਹੋ ਕੇ ਪ੍ਰਭੂ ਦੇ ਵਿੱਚ ਜਾ ਜੁੜਦਾ ਹੈ। ਲੱਗੇ ਹੱਕ ਜਾਏ, ਹੱਕ ਦਾ ਮਤਲਬ ਹੱਕ ਵਿੱਚ, ਹੱਕ ਦਾ ਮਤਲਬ ਇੱਥੇ ਰੱਬ, ਸੱਚ। ਹੱਕ ਸੱਚ ਨੂੰ ਕਹਿੰਦੇ ਨੇ, ਰੱਬ ਨੂੰ। ਤਾਂ ਐਵੇਂ ਬੰਦਾ ਹਲਾਲ ਹੋ ਕੇ ਰੱਬ ਦੇ ਅੰਦਰ ਜਾ ਜੁੜਦਾ ਹੈ, ਰੱਬ ਦੇ ਵਿੱਚ ਸਮਾ ਜਾਂਦਾ ਹੈ। ਨਾਨਕ ਦਰ ਦੀਦਾਰ ਸਮਾਏ, ਦਰ ਦਾ ਮਤਲਬ ਪ੍ਰਭੂ ਦੇ ਦਰ ਤੇ, ਦੀਦਾਰ ਦਾ ਮਤਲਬ ਦੀਦਾਰ ਵਿੱਚ, ਦਰਸ਼ਨ ਵਿੱਚ। ਪ੍ਰਭੂ ਦੇ ਦਰ ਤੇ ਅੱਪੜ ਕੇ ਉਹਦੇ ਦਰਸ਼ਨ ਵਿੱਚ ਹੀ ਲੀਨ ਹੋ ਜਾਂਦਾ ਹੈ। ਮਤਲਬ ਫਿਰ ਉਹ ਬੰਦਾ ਰੱਬ ਦੇ ਅੰਦਰ ਲੀਨ ਹੋ ਕੇ ਰੱਬ ਵਰਗਾ ਹੀ ਹੋ ਜਾਂਦਾ ਹੈ। ਤਾਂ ਇੱਥੇ ਰੱਬ ਦੇ ਦਰ ਤੇ ਪ੍ਰਵਾਨ ਹੋਣ ਵਾਸਤੇ ਸਾਨੂੰ ਜੋ ਗੁਣ ਦਿੱਤੇ ਨੇ ਉਹ ਮੈਂ ਦੁਬਾਰਾ ਰਿਪੀਟ ਕਰ ਦਿਆਂ। ਉਹਦੇ ਵਿੱਚ ਸਭ ਤੋਂ ਪਹਿਲਾ ਗੁਣ ਹੈ ਸੱਚ, ਦੂਜਾ ਗੁਣ ਹੈ ਜੀਵਨ ਦੀ ਜਿਹੜੀ ਘਾੜਤ ਘੜਨੀ ਹੈ ਚੰਗੀ, ਤੀਜਾ ਗੁਣ ਹੈ ਗੁਰੂ ਦਾ ਗਿਆਨ, ਚੌਥਾ ਗੁਣ ਹੈ ਇੱਥੇ ਗੁਣਾਂ ਦੇ ਧਾਰਨੀ ਹੋਣਾ, ਔਰ ਲੱਭ ਲੋਭ ਨੂੰ ਆਪਣੀ ਜ਼ਿੰਦਗੀ ਚੋਂ ਖਤਮ ਕਰ ਦੇਣਾ। ਜਿਹੜਾ ਇਸ ਤਰ੍ਹਾਂ ਦੀ ਜ਼ਿੰਦਗੀ ਜੀਵੇਗਾ ਉਹ ਰੱਬ ਦੇ ਦਰਸ਼ਨ ਕਰੇਗਾ, ਉਹ ਰੱਬ ਦੇ ਅੰਦਰ ਅਪੇਦ ਹੋ ਜਾਏਗਾ, ਉਹ ਰੱਬ ਵਰਗਾ ਹੀ ਹੋ ਜਾਏਗਾ। ਉਹਨੂੰ ਚਾਰ ਚੁਫੇਰੇ ਰੱਬ ਹੀ ਰੱਬ ਨਜ਼ਰੀ ਪਵੇਗਾ। ਮਹਿਲਾ ਪਹਿਲਾ, ਕਮਰ ਕਟਾਰਾ ਬੰਕੁੜਾ, ਬੰਕੇ ਕਾ ਅਸਵਾਰ। ਕਮਰ ਦਾ ਮਤਲਬ ਲੱਕ ਦੁਆਲੇ, ਬੰਕੁੜਾ ਦਾ ਮਤਲਬ ਬਾਂਕਾ, ਸੋਹਣਾ, ਕਟਾਰਾ ਦਾ ਮਤਲਬ ਖੰਜਰ, ਬੰਕੇ ਕਾ ਦਾ ਮਤਲਬ ਸੋਹਣੇ ਘੋੜੇ ਦਾ ਅਸਵਾਰ ਹੋਵੇ, ਬੰਕੇ ਕਾ ਸੋਹਣੇ ਘੋੜੇ ਦਾ। ਹੁਣ ਇੱਥੇ ਗੁਰਦੇਵ ਪਾਤਸ਼ਾਹ ਜੀ ਸਮਝਾ ਰਹੇ ਹਨ
ਕਿ ਜੇ ਕੋਈ ਲੱਕ ਦੁਆਲੇ ਸੋਹਣੀ ਦੀ ਕਟਾਰ ਸਜਾਵੇ ਔਰ ਸੋਹਣੇ ਘੋੜੇ ਦੇ ਉੱਤੇ ਸਵਾਰ ਹੋਵੇ, ਯਾਨੀ ਕੋਈ ਸੂਰਮਾ ਹੋਵੇ ਜਿਹਦੇ ਕੋਲ ਬਹੁਤ ਸੁੰਦਰ ਤਲਵਾਰ ਹੈ, ਬੜਾ ਸੋਹਣਾ ਘੋੜੇ ਦਾ ਸਵਾਰ ਹੈ, ਸੁੰਦਰ ਨੌਜਵਾਨ ਹੈ, ਕੋਲ ਤਾਕਤ ਹੈ, ਕੋਲ ਪੈਸਾ ਹੈ, ਤਾਂ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਗਰਬ ਨਾ ਕੀਜੈ ਨਾਨਕਾ, ਤਾਂ ਹੰਕਾਰ ਨਹੀਂ ਕਰਨਾ ਚਾਹੀਦਾ। ਮਤ ਸਿਰ ਆਵੇ ਭਾਰ, ਮਤ ਸਿਰ ਆਵੇ ਭਾਰ ਦਾ ਮਤਲਬ ਸਿਰ ਉੱਤੇ ਆਵੇ ਭਾਰ ਦਾ ਮਤਲਬ ਸਾਰਾ ਬੋਝ, ਸਾਰਾ ਵਜਨ ਸਿਰ ਤੇ ਆ ਜਾਏ। ਹੁਣ ਸਾਰਾ ਵਜਨ ਸਿਰ ਤੇ ਆਉਣ ਦਾ ਮਤਲਬ ਮਤੇ ਸਿਰ ਪਰਨੇ ਹੋ ਕੇ ਬੰਦਾ ਡਿੱਗ ਪਏ, ਸਿਰ ਭਾਰ ਹੋ ਕੇ ਡਿੱਗੇ। ਮਾਣ ਨਹੀਂ ਕਰਨਾ ਚਾਹੀਦਾ, ਮਾਣ ਕੀਤਿਆਂ ਮਤਾਂ ਸਿਰ ਭਾਰ ਹੋ ਕੇ ਡਿੱਗ ਪਵੇ। ਤਾਂ ਇਹ ਚੀਜ਼ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ ਕਿ ਜੇ ਕਿਸੇ ਕੋਲ ਚੰਗਾ ਸੋਹਣਾ ਘੋੜਾ ਹੈ, ਲੱਕ ਦੁਆਲੇ ਉਹਨੇ ਕੋਈ ਚੰਗੀ ਸੋਹਣੀ ਕਟਾਰ ਕਿਰਪਾਨ ਬੰਨੀ ਹੋਈ ਹੈ, ਯਾਨੀ ਉਹਦੇ ਅੰਦਰ ਤਾਕਤ ਹੈ, ਸੂਰਮਾ ਹੈ, ਤਾਂ ਉਹਨੂੰ ਹੰਕਾਰ ਨਹੀਂ ਕਰਨਾ ਚਾਹੀਦਾ, ਆਪਣੀ ਤਾਕਤ ਦੀ ਗਲਤ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਜਦੋਂ ਮਨੁੱਖ ਅਹੰਕਾਰ ਕਰਦਾ ਹੈ ਤਾਂ ਫਿਰ ਉਹ ਸਿਰ ਪਰਨੇ ਹੋ ਕੇ ਡਿੱਗ ਪੈਂਦਾ ਹੈ, ਆਤਮਿਕ ਜੀਵਨ ਉਹਦਾ ਬਰਬਾਦ ਹੋ ਜਾਂਦਾ ਹੈ, ਇਨਸਾਨੀਅਤ ਤੋਂ ਉਹ ਗਿਰ ਜਾਂਦਾ ਹੈ। ਔਰ ਗੁਰਦੇਵ ਨੇ ਸਾਨੂੰ ਥਾਂ ਪਰ ਥਾਂ ਸਮਝਾਇਆ ਹੈ, ਕਬੀਰ ਗਰਬ ਨਾ ਕੀਜੀਏ ਊਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ऊपर जामे कास। कबीर गर्भ ना कीजिए रंक ना हंसिए कोई, अजों सुनाओ समुद्र में क्या जानो क्या होए। गर्भ जिना वड्याइयां धन जोबन आगा, खाली ਚੱਲੇ ਧਣੀ ਸਿਉ ਟਿੱਬੇ ਜਿਉ ਮਿਹਾ। ਤਾਂ ਗੁਰੂ ਜੀ ਸਾਨੂੰ ਇਥੋਂ ਹੰਕਾਰ ਕਰਨ ਤੋਂ ਵਰਜ ਰਹੇ ਨੇ, ਕਿਉਂਕਿ ਜਿਹੜਾ ਹੰਕਾਰ ਕਰਦਾ ਹੈ ਕਿਸੇ ਵੀ ਚੀਜ਼ ਦਾ, ਉਹ ਸਿਰ ਪਰਨੇ ਹੋ ਡਿੱਗਦਾ ਹੈ, ਭਾਵ ਕਿ ਉਹਦਾ ਆਤਮਿਕ ਜੀਵਨ ਬਰਬਾਦ ਹੋ ਜਾਂਦਾ ਹੈ। ਪੌੜੀ ਸੋ ਸਤ ਸੰਗਤ ਸ਼ਬਦ ਮਿਲੇ ਜੋ ਗੁਰਮੁਖ ਚੱਲੇ। ਗੁਰਮੁਖ ਚੱਲੇ ਦਾ ਮਤਲਬ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਜੋ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ। ਸੋ ਦਾ ਮਤਲਬ ਉਹ, ਸ਼ਬਦ ਦਾ ਮਤਲਬ ਗੁਰੂ ਦੇ ਸ਼ਬਦ ਵਿੱਚ। ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ ਉਹ ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ। ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ ਉਹ ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ। ਗੁਰੂ ਦੇ ਸ਼ਬਦ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦੀ ਵਿਚਾਰਧਾਰਾ, ਉਹਦੇ ਨਾਲ ਜੁੜਦਾ ਹੈ, ਯਾਨੀ ਉਹ ਸੱਚ ਦੀ ਸੰਗਤ ਕਰਦਾ ਹੈ ਔਰ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ। ਕੌਣ? ਜੋ ਗੁਰਮੁਖ ਹੈ, ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਸੰਗਤ ਵਿੱਚ ਮਿਲਦਾ ਹੈ ਔਰ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ। ਸੱਚ ਧਿਆਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੇ। ਧਿਆਨ ਦਾ ਮਤਲਬ ਧਿਆਉਂਦੇ ਹਨ, ਯਾਦ ਕਰਦੇ ਨੇ। ਜਿਨ ਪੱਲੇ ਦਾ ਮਤਲਬ ਜਿਨ੍ਹਾਂ ਦੇ ਪੱਲੇ, ਜਿਨ੍ਹਾਂ ਦੇ ਕੋਲ, ਜਿਨ੍ਹਾਂ ਦੇ ਧਿਆਨ ਵਿੱਚ, ਜਿਨ੍ਹਾਂ ਦੇ ਮਨ ਵਿੱਚ। ਜਿਨ੍ਹਾਂ ਮਨੁੱਖਾਂ ਦੇ ਪੱਲੇ ਰੱਬੀ ਗੁਣ ਜ਼ਿੰਦਗੀ ਦੇ ਖਰਚ ਲਈ ਹੁੰਦੇ ਨੇ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਯਾਦ ਰੱਖਦੇ ਨੇ ਤੇ ਉਹ ਉਹਦਾ ਹੀ ਰੂਪ ਹੋ ਜਾਂਦੇ ਨੇ। ਜਿਨ ਹਰ ਖਰਚ ਧਨ ਪੱਲੇ, ਹਰ ਖਰਚ ਦਾ ਮਤਲਬ ਹਰੀ ਦੇ ਗੁਣ। ਜ਼ਿੰਦਗੀ ਦੇ ਅੰਦਰ ਖਰਚਣ ਵਾਸਤੇ ਦੋ ਚੀਜ਼ਾਂ ਨੇ ਬੰਦੇ ਕੋਲ। ਕੁਝ ਲੋਕ ਨੇ ਝੂਠ, ਕਾਮ, ਕ੍ਰੋਧ ਆਦਿਕ ਨੂੰ ਖਰਚਦੇ ਨੇ, ਯਾਨੀ ਇਹਨਾਂ ਨੂੰ ਵਰਤਦੇ ਨੇ, ਇਹਨਾਂ ਔਗਣਾਂ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਂਦੇ ਨੇ। ਤੇ ਕੁਝ ਲੋਕ ਉਹ ਨੇ ਜੋ ਸਤ ਸੰਤੋਖ, ਦਇਆ, ਧਰਮ ਆਦਿਕ ਨੂੰ ਵਰਤਦੇ, ਖਰਚਦੇ, ਇਹਨਾਂ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਂਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦੇ ਕੋਲ ਸ਼ੁਭ ਗੁਣਾਂ ਦਾ ਖਰਚ ਹੁੰਦਾ ਹੈ, ਰਾਸ ਪੂੰਜੀ ਹੁੰਦੀ ਹੈ, ਉਹ ਉਹਨਾਂ ਗੁਣਾਂ ਨੂੰ ਵਰਤਦੇ ਨੇ ਔਰ ਉਹ ਹਮੇਸ਼ਾ ਸੱਚੇ ਹੁੰਦੇ ਨੇ, ਉਹ ਸੱਚ ਦਾ ਰੂਪ ਹੋ ਜਾਂਦੇ ਨੇ, ਰੱਬ ਦਾ ਹੀ ਰੂਪ ਹੋ ਜਾਂਦੇ ਨੇ। ਤਾਂ ਇਹਦਾ ਮਤਲਬ ਭਾਵ ਇਹ ਹੈ ਕਿ ਜੋ ਵੀ ਰੱਬੀ ਗੁਣਾਂ ਦਾ ਧਾਰਨੀ ਹੋਏਗਾ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰੇਗਾ, ਉਸ ਗੁਣੀ ਅੰਦਰ ਸਮਾ ਕੇ ਗੁਣੀ ਦਾ ਰੂਪ ਹੋ ਜਾਏਗਾ। ਭਗਤ ਸੋਹਨ ਗੁਣ ਗਾਵੰਦੇ ਗੁਰਮਤ ਅਚੱਲੇ। ਅਚੱਲੇ ਦਾ ਮਤਲਬ ਅਚਲ, ਅਡੋਲ, ਜਿਹੜੇ ਡੋਲਦੇ ਨਹੀਂ। ਸੋਹਨ ਦਾ ਮਤਲਬ ਸ਼ੋਭਦੇ ਨੇ। ਭਗਤ ਸੋਹਨ ਗੁਣ ਗਾਵੰਦੇ, ਗੁਣ ਗਾਣ ਵਾਲੇ ਬੰਦੇ
जो प्रभु दे गुण गांदे ने, सोहन दा मतलब शोभदे ने, ਉਹ ਸੋਹਣੇ ਲੱਗਦੇ ਨੇ। ਉਹਨਾਂ ਦਾ ਜੀਵਨ ਸੋਹਣਾ ਹੁੰਦਾ ਹੈ, ਉਹਨਾਂ ਦੀ ਸੋਚ, ਉਹਨਾਂ ਦੀ ਬੋਲ ਬਾਣੀ ਸੋਹਣੀ ਹੁੰਦੀ ਹੈ, ਔਰ ਗੁਰੂ ਦੀ ਮੱਤ ਲੈ ਕੇ ਉਹ ਅਡੋਲ ਹੋ ਜਾਂਦੇ ਹਨ। ਉਹ ਡੋਲਦੇ ਨਹੀਂ, ਸੱਚ ਤੋਂ ਲਾਂਭੇ ਨਹੀਂ ਜਾਂਦੇ, ਉਹਨਾਂ ਆਚਰਨ ਤੋਂ ਗਿਰਦੇ ਨਹੀਂ, ਉਹ ਅਡੋਲ ਨੇ, ਗੁਣਾਂ ਦੇ ਉੱਤੇ ਹਮੇਸ਼ਾ ਗੁਣਾਂ ਵਾਲੀ ਜ਼ਿੰਦਗੀ ਜੀ ਰਹੇ ਨੇ। ਉਹਨਾਂ ਦਾ ਮਨ ਅਡੋਲ ਹੈ, ਉਹਨਾਂ ਦਾ ਮਨ ਵਿਕਾਰਾਂ ਵਿੱਚ ਭਟਕਦਾ ਨਹੀਂ ਹੈ, ਕਿਉਂਕਿ ਉਹਨਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਕੀਤਾ ਹੈ। ਰਤਨ ਵਿਚਾਰ ਮਨ ਵਸਿਆ, ਗੁਰ ਕੈ ਸ਼ਬਦ ਭਲੇ। ਇਹਨੂੰ ਭਲੇ ਨਹੀਂ ਪੜਨਾ, ਭਲੇ, ਭਲੇ, ਭਲੇ ਦਾ ਮਤਲਬ ਉੱਤਮ। ਰਤਨ ਵਿਚਾਰ ਦਾ ਮਤਲਬ ਪ੍ਰਭੂ ਦੇ ਗੁਣਾਂ ਦੀ ਵਿਚਾਰ, ਉੱਤਮ ਗੁਣਾਂ ਦੀ ਵਿਚਾਰ, ਪ੍ਰਭੂ ਦੇ ਸ੍ਰੇਸ਼ਟ ਗੁਣਾਂ ਦੀ ਵਿਚਾਰ। ਸ਼ਬਦ ਭਲੇ ਦਾ ਮਤਲਬ ਸੋਹਣੇ ਸ਼ਬਦ ਦੀ ਰਾਹੀਂ, ਸ਼ਬਦ ਭਲੇ, ਸੋਹਣੇ ਸ਼ਬਦ ਦੀ ਰਾਹੀਂ, ਗੁਰੂ ਦੇ ਸੋਹਣੇ ਉਪਦੇਸ਼ ਦੀ ਰਾਹੀਂ, ਸਤਿਗੁਰ ਦੇ ਸੋਹਣੇ ਉਪਦੇਸ਼ ਗਿਆਨ ਦੀ ਰਾਹੀਂ ਉਹਨਾਂ ਮਨੁੱਖਾਂ ਦੇ ਮਨ ਦੇ ਅੰਦਰ ਪ੍ਰਭੂ ਦੇ ਸੋਹਣੇ ਗੁਣਾਂ ਦੀ ਵਿਚਾਰ ਆਵਸਤੀ ਹੈ। ਯਾਨੀ ਗੁਰੂ ਦਾ ਜੋ ਕੀਮਤੀ ਗਿਆਨ ਹੈ, ਜੋ ਗੁਰੂ ਦੇ ਕੀਮਤੀ ਗਿਆਨ ਦੇ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਹਨ, ਉਹਨਾਂ ਦੇ ਮਨ ਅੰਦਰ ਪ੍ਰਭੂ ਦੇ ਸੋਹਣੇ ਗੁਣਾਂ ਦੀ ਵਿਚਾਰ ਆਵਸਤੀ ਹੈ। ਉਹ ਗੁਣਾਂ ਦੀ ਕਦਰ ਕਰਦੇ ਹਨ। ਆਪੇ ਆਪ ਮਿਲਾਏਂਦਾ, ਆਪੇ ਦੇ ਵਡਿਆਈ। ਤੇ ਐਸੇ ਗੁਰਮੁਖਾਂ ਨੂੰ ਪ੍ਰਭੂ ਆਪ ਹੀ ਵਡਿਆਈ ਦਿੰਦਾ ਹੈ, ਮਾਣ ਬਖਸ਼ਦਾ ਹੈ, ਔਰ ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਕਿਹਨਾਂ ਨੂੰ? ਜੋ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਗੁਰੂ ਗਿਆਨ ਮੁਤਾਬਕ ਸ਼ੁਭ ਗੁਣਾਂ ਦੀ ਵਿਚਾਰ ਨੂੰ ਆਪਣੇ ਵਿਚਾਰ ਮੰਡਲ ਵਿੱਚ ਵਸਾ ਲੈਂਦੇ ਨੇ। ਫਿਰ ਉਹਨਾਂ ਨੂੰ ਪ੍ਰਭੂ ਆਪ ਵਡਿਆਈ ਦਿੰਦਾ ਹੈ, ਉਹਨਾਂ ਨੂੰ ਜਗਤ ਵਿੱਚ ਮਾਣ ਮਿਲਦਾ ਹੈ, ਔਰ ਉਹ ਆਪ ਹੀ ਉਹਨਾਂ ਨੂੰ ਆਪਣੇ ਆਪੇ ਦੇ ਵਿੱਚ ਮਿਲਾ ਲੈਂਦਾ ਹੈ। ਪ੍ਰਭੂ ਦੇ ਵਿੱਚ ਉਹ ਅਪੇਦ ਹੋ ਜਾਂਦੇ ਨੇ। ਸ਼ਲੋਕ ਮਹਿਲਾ ਤੀਜਾ। ਆਸਾ ਅੰਦਰ ਸਭ ਕੋ, ਕੋਈ ਨਿਰਾਸ਼ਾ ਹੋਏ। ਸਭ ਕੋ ਦਾ ਮਤਲਬ ਹਰ ਇੱਕ ਜੀਵ, ਕੋਈ ਦਾ ਮਤਲਬ ਕੋਈ ਵਿਰਲਾ, ਨਿਰਾਸ਼ਾ ਦਾ ਮਤਲਬ ਆਸ਼ਾਵਾਂ ਤੋਂ ਬਚਿਆ ਹੋਇਆ, ਸਭ ਕੋ ਦਾ ਮਤਲਬ ਬਹੁ ਗਿਣਤੀ। ਹਰੇਕ ਜੀਵ ਆਸ਼ਾਵਾਂ ਦੇ ਵਿੱਚ ਫਸਿਆ ਹੋਇਆ ਹੈ, ਨਿਤ ਨਵੀਆਂ ਆਸਾਵਾਂ ਬਣਾਉਂਦਾ ਹੈ। ਤੇ ਚੰਗੀ ਆਸ ਰੱਖਣੀ, ਚੰਗੇ ਗੁਣਾਂ ਦੇ ਧਾਰਨੀ ਹੋਣ ਵਾਸਤੇ ਸੋਚਣਾ ਇਹ ਚੰਗਾ ਕੰਮ ਹੈ। ਲੇਕਿਨ ਇੱਥੇ ਆਸਾਵਾਂ ਦਾ ਮਤਲਬ ਹੈ ਵਿਕਾਰਾਂ ਦੀਆਂ ਆਸਾਵਾਂ, ਨੈਗੇਟਿਵ ਜੋ ਸੋਚ ਹੈ, ਨਕਾਰਾਤਮਕ ਜੋ ਸੋਚ ਹੈ। ਆਮ ਜੋ ਮਨੁੱਖ ਹੈ ਉਹ ਵਿਕਾਰਾਂ ਦੇ ਵਿੱਚ, ਆਸਾ ਤ੍ਰਿਸ਼ਨਾ ਦੇ ਅੰਦਰ ਫਸਿਆ ਰਹਿੰਦਾ ਹੈ। ਕੋਈ ਨਿਰਾਸ਼ਾ ਹੋਏ, ਕੋਈ ਵਿਰਲਾ ਮਨੁੱਖ ਹੈ ਜੋ ਇਹਨਾਂ ਆਸਾਵਾਂ ਤੋਂ ਬਚਦਾ ਹੈ, ਜੋ ਇਸ ਦੁਨੀਆ ਵਿੱਚ ਰਹਿੰਦਾ ਨਿਰਲੇਪ ਰਹਿੰਦਾ ਹੈ, ਵਿਕਾਰਾਂ ਤੋਂ ਕੋਈ ਵਿਰਲਾ ਹੈ। ਇਹਦਾ ਮਤਲਬ ਇਹ ਨਹੀਂ ਕਿ ਸਾਰੇ ਵਿਕਾਰੀ ਨੇ, ਹੈ ਨੇ ਕੁਝ ਲੋਕ ਜੋ ਇਹਨਾਂ ਆਸਾਵਾਂ, ਤ੍ਰਿਸ਼ਨਾ, ਵਿਕਾਰਾਂ ਤੋਂ ਬਚੇ ਨੇ। ਬੇਸ਼ੱਕ ਉਹ ਵਿਰਲੇ ਨੇ, ਥੋੜੇ ਨੇ, ਲੇਕਿਨ ਕੁਝ ਹੈ ਨੇ ਲੋਕ ਜੋ ਵਿਰਲੇ ਨੇ, ਜੋ ਇਹਨਾਂ ਵਿਕਾਰਾਂ ਤੋਂ ਬਚੇ ਹੋਏ ਨੇ। ਨਾਨਕ ਜੋ ਮਰ ਜੀਵਿਆ, ਸਹਿਲਾ ਆਇਆ ਸੋਏ। ਸਹਿਲਾ ਦਾ ਮਤਲਬ ਸਫਲਾ, ਮਰ ਦਾ ਮਤਲਬ ਮਰ ਕੇ। ਜੋ ਮਰ ਜੀਵਿਆ, ਜਿਹੜਾ ਮਰ ਕੇ ਜਿਉਂਦਾ ਹੈ। ਇਹਦਾ ਮਤਲਬ ਨਹੀਂ ਕਿ ਇੱਕ ਵਾਰੀ ਸਰੀਰ ਕਰਕੇ ਮਰ ਕੇ ਤੇ ਦੁਬਾਰਾ ਜਿਉਂਦਾ ਹੈ। ਜੋ ਮਰ ਜੀਵਿਆ ਦਾ ਮਤਲਬ ਜੋ ਆਸਾਵਾਂ ਵੱਲੋਂ ਹਟ ਕੇ ਜਿਉਂਦਾ ਹੈ। ਜੋ ਮਰ ਜੀਵਿਆ, ਜੋ ਆਸਾਵਾਂ ਵੱਲੋਂ ਆਪਣੀਆਂ ਬਿਰਤੀਆਂ ਨੂੰ ਹਟਾ ਲੈਂਦਾ ਹੈ ਔਰ ਇਸ ਜਗਤ ਅੰਦਰ ਨਿਰਲੇਪ ਹੋ ਕੇ ਜਿਉਂਦਾ ਹੈ। ਸਹਿਲਾ ਆਇਆ ਸੋਏ, ਉਹਦਾ ਆਉਣਾ ਇਸ ਸੰਸਾਰ ਤੇ ਸਫਲ ਹੈ। ਉਹ ਇਨਸਾਨ ਮਹਾਨ ਹੈ, ਉਹਦਾ ਜੀਵਨ ਮੁਬਾਰਕ ਹੈ, ਉਹਦੀ ਜ਼ਿੰਦਗੀ ਅੰਦਰ ਖੁਸ਼ੀ, ਖੇੜੇ, ਆਨੰਦ, ਪ੍ਰਸੰਨਤਾ ਰਹਿੰਦੀ ਹੈ। ਜਿਹੜਾ ਇਨਸਾਨ ਵਿਕਾਰਾਂ ਵੱਲੋਂ ਮਰ ਕੇ ਜਿੰਦਾ ਹੈ, ਨਿਰਲੇਪ ਹੋ ਕੇ ਜਿੰਦਾ ਹੈ। ਮਹਿਲਾ ਤੀਜਾ। ਨਾ ਕਿਛ ਆਸਾ ਹੱਥ ਹੈ, ਕਿਉਂ ਨਿਰਾਸ਼ਾ ਹੋਏ। ਕਿਉਂ, ਕਿਉਂ ਦਾ ਮਤਲਬ ਕਿਵੇਂ। ਆਸਾ ਹੱਥ ਦਾ ਮਤਲਬ ਆਸਾ ਦੇ ਹੱਥ ਵਿੱਚ, ਆਸਾ ਦੇ ਵਸ ਵਿੱਚ। ਤਾਂ ਗੁਰੂ ਜੀ ਕਹਿੰਦੇ ਨੇ ਆਸਾ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ, ਔਰ ਆਪਣੇ ਆਪ ਵੀ ਬੰਦਾ ਜਿਹੜਾ ਹੈ ਉਹ ਆਸਾਵਾਂ ਤੋਂ ਮੁਕਤ ਨਹੀਂ ਹੋ ਸਕਦਾ। ਆਸਾਵਾਂ ਦੇ ਵਿੱਚ ਹੱਥ ਕੁਝ ਵੀ ਨਹੀਂ, ਹੱਥ ਵਿੱਚ ਨਹੀਂ ਹੈ। ਕਿਵੇਂ ਨਿਰਾਸ਼ ਹੋਵੇ ਬੰਦਾ। ਫਿਰ ਨਿਰਾਸ਼ਾ
ਕਿਵੇਂ ਹੋਵੇ, ਭਾਵ ਨਿਰਲੇਪ ਕਿਵੇਂ ਹੋਵੇ, ਆਸਾਵਾਂ ਦੇ ਹੱਥ ਵਿੱਚ ਕੁਝ ਨਹੀਂ ਹੈ। ਕਹਿਣ ਤੋਂ ਭਾਵ ਕਿ ਆਸਾਵਾਂ ਬੰਦੇ ਨੂੰ ਨਹੀਂ ਫਸਾਉਂਦੀਆਂ, ਬੰਦਾ ਆਪ ਆਸਾਵਾਂ ਦੇ ਵਿੱਚ ਫਸ ਜਾਂਦਾ, ਕਿਉਂਕਿ ਇਹਦੇ ਅੰਦਰ ਨਾ ਪਕੜ ਹੈ। ਗੁਰਦੇਵ ਨੇ ਦੋ ਬੜੇ ਪਿਆਰੇ ਮਿਸਾਲਾਂ ਦੇ ਕੇ ਨਾ ਸਾਨੂੰ ਸਮਝਾਇਆ ਹੈ। ਇੱਕ ਨਲਨੀ ਤੋਤਾ ਜਿਹਦੇ ਨਾਲ ਫੜਿਆ ਜਾਂਦਾ ਹੈ, ਇੱਕ ਬਾਂਦਰ, ਔਰ ਤੀਜਾ ਇੱਕ ਹਾਥੀ ਦੀ ਮਿਸਾਲ ਦਿੱਤੀ ਹੈ। ਹੁਣ ਨਲਨੀ ਜਿਉ ਨਲਨੀ ਸੂਟਾ ਗਹਿਓ ਮਨ ਬਉਰਾਰੇ ਮਾਇਆ ਇਹ ਵਿਵਹਾਰ। ਨਲਨੀ ਕੀ ਹੁੰਦੀ, ਕਿਸ ਤਰ੍ਹਾਂ ਦੋ ਡੰਡੀਆਂ ਗੱਡ ਕੇ ਨਾ ਕਿੱਲੀਆਂ ਜੀਆਂ, ਉਹਨਾਂ ਦੇ ਵਿੱਚ ਇੱਕ ਨਲਕੀ ਪਾ ਕੇ ਰੱਸੀ ਵਿੱਚ ਤੇ ਰੱਸੀ ਬੰਨ ਦਿੱਤੀ ਜਾਂਦੀ। ਇਸ ਤਰ੍ਹਾਂ ਥੱਲੇ ਪਾਣੀ ਦਾ ਤਸਲਾ ਭਰ ਕੇ ਧਰਿਆ ਹੈ, ਕੋਲ ਕੁਛ ਦਾਣੇ ਵਗੈਰਾ ਖਿਲ ਰਹੇ ਨੇ। ਹੁਣ ਤੋਤਾ ਆਣ ਕੇ ਉਸ ਨਲਕੀ ਦੇ ਉੱਤੇ ਏਦਾਂ ਬਹਿੰਦਾ ਹੈ, ਤੇ ਜਦੋਂ ਬਹਿੰਦਾ ਹੈ ਤੇ ਨਲਕੀ ਘੁੰਮ ਜਾਂਦੀ ਤੇ ਤੋਤਾ ਐਵੇਂ ਉਲਟਾ ਲਟਕ ਜਾਂਦਾ, ਥੱਲੇ ਨੂੰ ਉਹਦਾ ਸਿਰ ਹੋ ਗਿਆ। ਹੁਣ ਥੱਲੇ ਦੇਖਦਾ ਹੈ, ਉਹਨੂੰ ਪਾਣੀ ਨਜ਼ਰ ਨਹੀਂ ਪੈਂਦਾ, ਤੇ ਤੋਤਾ ਸੋਚਦਾ ਹੈ ਕਿ ਸ਼ਾਇਦ ਮੈਂ ਪਾਣੀ ਦੇ ਅੰਦਰ ਡਿੱਗ ਕੇ ਮਰ ਜਾਵਾਂਗਾ, ਜੇ ਮੈਂ ਇੱਥੇ ਛੱਡਿਆ ਇਸ ਨਲਨੀ ਨੂੰ ਤਾਂ ਮੈਂ ਪਾਣੀ ਦੇ ਵਿੱਚ ਡਿੱਗ ਜਾਣਾ ਤੇ ਮੈਂ ਮਰ ਜਾਣਾ। ਇਸ ਲਈ ਫਿਰ ਉਹ ਡੰਡੀ ਨੂੰ ਛੱਡਦਾ ਨਹੀਂ, ਨਲਕੀ ਨੂੰ, ਤੇ ਤੋਤਾ ਫੜਨ ਵਾਲਾ ਆਣ ਕੇ ਉਹਨੂੰ ਫੜ ਲੈਂਦਾ। ਹਾਲਾਂਕਿ ਐਵੇਂ ਹੈ ਨਹੀਂ ਸੀ, ਜੇ ਤੋਤਾ ਖੰਭ ਹਿਲਾ ਕੇ ਉੱਡਦਾ ਤੇ ਉਹਨੇ ਉੱਡ ਜਾਣਾ ਸੀ, ਉਹਨੂੰ ਭੁਲੇਖਾ ਪੈ ਜਾਂਦਾ। ਹੁਣ ਨਲਨੀ ਨੂੰ ਨੇ ਫੜ ਲਿਆ, ਤੋਤਾ ਸਾਰੀ ਜ਼ਿੰਦਗੀ ਬੰਧਨ ਵਿੱਚ ਪੈ ਗਿਆ। ਕਿਉਂ? ਕਿ ਉਹਦੇ ਅੰਦਰ ਪਕੜ ਹੈ, ਉਹਨੇ ਉਸ ਨਲਕੀ ਨੂੰ ਪਕੜ ਕੇ ਰੱਖਿਆ, ਜੇ ਉਹਨੂੰ ਛੱਡ ਦਿੰਦਾ ਤੇ ਉਹ ਆਜ਼ਾਦ ਹੋ ਜਾਣਾ ਸੀ। ਇਸੇ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ ਨੇ ਸਾਨੂੰ ਨਹੀਂ ਫੜਿਆ ਹੋਇਆ, ਅਸੀਂ ਇਹਨਾਂ ਨੂੰ ਫੜਿਆ ਹੋਇਆ ਹੈ। ਸਾਡੇ ਅੰਦਰ ਪਕੜ ਹੈ, ਜੇ ਇਸ ਪਕੜ ਨੂੰ ਛੱਡ ਦਿੱਤਾ ਜਾਏ ਤੇ ਬੰਦਾ ਆਜ਼ਾਦ ਹੋ ਸਕਦਾ ਹੈ। ਦੂਜੀ ਮਿਸਾਲ ਦਿੱਤੀ ਹੈ ਬਾਂਦਰ ਦੀ। ਇਹ ਮਿਸਾਲ ਆਪਨੇ ਆਮ ਪ੍ਰਚਾਰਕ ਵੀਰਾਂ ਤੋਂ ਸੁਣੀ ਹੈ, ਸਾਰੇ ਇਹ ਚੀਜ਼ਾਂ ਬੋਲਦੇ ਨੇ ਕਿ ਕੁੱਜੀ ਦੇ ਵਿੱਚ ਹੱਥ ਪਾ ਲਿਆ ਬਾਂਦਰ ਨੇ, ਕੁੱਜੀ ਸੌੜੀ, ਹੱਥ ਤਾਂ ਪੈ ਗਿਆ, ਪਰ ਜਦੋਂ ਦਾਣਿਆਂ ਦੀ ਮੁੱਠ ਭਰ ਲਈ, ਹੁਣ ਬਾਹਰ ਕੱਢਦਾ ਹੈ ਤੇ ਉਹ ਬਾਹਰ ਨਹੀਂ ਨਿਕਲਦਾ ਹੱਥ। ਬਾਂਦਰ ਸਮਝਦਾ ਮੇਰਾ ਹੱਥ ਫਸ ਗਿਆ, ਮੈਨੂੰ ਕੁੱਜੀ ਨੇ ਫੜ ਲਿਆ। ਹੁਣ ਕੁੱਜੀ ਨੇ ਨਹੀਂ ਫੜਿਆ, ਹੱਥ ਕਿਉਂ ਫਸਿਆ ਹੈ? ਪਕੜ ਕਰਕੇ। ਜੇ ਉਹ ਦਾਣਿਆਂ ਨੂੰ ਛੱਡ ਦੇਵੇ ਤਾਂ ਹੱਥ ਬਾਹਰ ਆ ਸਕਦਾ ਹੈ, ਪਰ ਉਹ ਛੱਡਦਾ ਨਹੀਂ, ਇਸ ਕਰਕੇ ਫਿਰ ਸਾਰੀ ਉਮਰ ਦਰ-ਦਰ ਤੇ ਨੱਚਣਾ ਪੈਂਦਾ ਹੈ। ਇਸੇ ਤਰ੍ਹਾਂ ਆਸਾਵਾਂ ਦੇ ਹੱਥ ਵਿੱਚ ਕੁਝ ਨਹੀਂ ਹੈ, ਅਸੀਂ ਆਸਾਵਾਂ ਨੂੰ ਫੜੀ ਬੈਠੇ ਹਾਂ। ਕਿਉਂ ਨਿਰਾਸ਼ਾ ਹੋਏ, ਨਿਰਾਸ਼ ਕਿਵੇਂ ਹੋਈਏ, ਇਹਨਾਂ ਆਸਾਵਾਂ ਤੋਂ ਕਿਵੇਂ ਬਚੀਏ? ਕਿਆ ਕਰੇ ਇਹ ਬੱਪੜੀ, ਇਹ ਦਾ ਮਤਲਬ ਇਹ ਆਸਾ, ਬੱਪੜੀ ਦਾ ਮਤਲਬ ਵਿਚਾਰੀ। ਇਹ ਵਿਚਾਰੀ ਆਸਾ ਕੀ ਕਰ ਸਕਦੀ ਹੈ? ਜਾਂ ਭੁਲਾਏ ਸੋਏ, ਇਹਨੂੰ ਭੁਲਾਏ ਨਹੀਂ ਪੜਨਾ, ਭੁਲਾਏ ਪੜਨਾ ਹੈ। ਅਸਲੀ ਸ਼ਬਦ ਹੈ ਭੁਲਾਏ ਔਂਕੜ ਨਾਲ, ਪਰ ਇੱਥੇ ਹੋੜਾ ਪੜਨਾ ਹੈ, ਕਿਉਂਕਿ ਭੱਬੇ ਥੱਲੇ ਔਂਕੜ ਵੀ ਲੱਗਾ ਹੈ, ਹੋੜਾ ਵੀ ਲੱਗਾ ਹੈ। ਸ਼ੁੱਧ ਸ਼ਬਦ ਹੈ ਭੁਲਾਏ, ਉਚਾਰਨ ਕਰਨਾ ਹੈ ਭੁਲਾਏ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵਿਚਾਰੀ ਆਸਾ ਕੀ ਕਰ ਸਕਦੀ ਹੈ? ਜਾਂ ਭੁਲਾਏ ਸੋਏ, ਜਦੋਂ ਪ੍ਰਭੂ ਭੁਲਾਉਂਦਾ ਹੈ ਆਪ, ਯਾਨੀ ਪ੍ਰਭੂ ਆਪ ਕਿਵੇਂ ਭੁਲਾਉਂਦਾ ਹੈ? ਹੁਕਮ ਦੇ ਅੰਦਰ। ਹੁਕਮ ਦੇ ਅੰਦਰ ਬੰਦਾ ਭੁੱਲ ਰਿਹਾ ਹੈ, ਸਿਸਟਮ ਦੇ ਅੰਦਰ। ਇਹ ਚੀਜ਼ ਥੋੜੀ ਜਿਹੀ ਬਰੀਕੀ ਨਾਲ ਸਮਝਣੀ ਪਵੇਗੀ। ਹੁਣ ਭੁੱਲ ਬੰਦਾ ਕਿਉਂ ਰਿਹਾ ਹੈ? ਕਿਉਂਕਿ ਸਿਸਟਮ ਨੂੰ ਠੀਕ ਫੋਲੋ ਨਹੀਂ ਕਰ ਰਿਹਾ ਨਾ, ਤੇ ਜਿਹੜਾ ਸਿਸਟਮ ਨੂੰ ਠੀਕ ਫੋਲੋ ਨਹੀਂ ਕਰੇਗਾ ਉਹ ਬਿਲਕੁਲ ਭੁੱਲੇਗਾ ਹੀ। ਜੇ ਤੁਸੀਂ ਗਲਤ ਐਗਜ਼ਿਟ ਲੈ ਲੈਂਦੇ ਹੋ ਤਾਂ ਸੜਕ ਤਾਂ ਜਾ ਰਹੀ ਹੈ, ਲੇਕਿਨ ਤੁਹਾਡੇ ਡੈਸਟੀਨੇਸ਼ਨ ਤੋਂ ਦੂਜੇ ਪਾਸੇ ਜਾ ਰਹੀ ਹੈ। ਸਿਸਟਮ ਹੀ ਹੈ ਨਾ, ਗਲਤ ਪਾਸੇ ਚਲੇ ਗਏ ਤੇ ਜਿਵੇਂ ਜਿਵੇਂ ਚੱਲੋਗੇ ਦੂਰ ਚਲੇ ਜਾਓਗੇ। ਜੇ ਆਪਣੀ ਡੈਸਟੀਨੇਸ਼ਨ ਦੇ ਵੱਲ ਜਾਓਗੇ, ਡਾਇਰੈਕਸ਼ਨ ਤੇ, ਤਾਂ ਡੈਸਟੀਨੇਸ਼ਨ ਤੇ ਪਹੁੰਚ ਜਾਓਗੇ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਆਸਾਵਾਂ ਕੁਛ ਨਹੀਂ ਕਰ ਸਕਦੀਆਂ, ਇਹ ਰੱਬੀ ਹੁਕਮ ਹੈ। ਜੇ ਹੁਕਮ ਨੂੰ ਫੋਲੋ ਕਰੀਏ ਤਾਂ ਅਸੀਂ ਇਹਨਾਂ ਆਸਾਵਾਂ ਤੋਂ ਬਚ ਸਕਦੇ ਹਾਂ। ਜੇ ਹੁਕਮ ਨੂੰ ਸਹੀ ਫੋਲੋ ਨਹੀਂ ਕਰਾਂਗੇ ਤੇ ਆਸਾਵਾਂ ਦੇ ਵਿੱਚ ਫਸ ਜਾਵਾਂਗੇ, ਕਿਉਂਕਿ ਪ੍ਰਭੂ ਦਾ ਹੁਕਮ ਭੁਲਾ ਰਿਹਾ ਹੈ। ਪੌੜੀ, ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ। ਗੁਰੂ ਜੀ ਕਹਿੰਦੇ ਨੇ ਫਿਟਕਾਰਯੋਗ ਹੈ ਜੀਵਨ ਸੱਚੇ ਹੁਕਮ ਤੋਂ ਬਿਨਾ, ਸੱਚੇ ਦੇ ਹੁਕਮ ਤੋਂ ਬਿਨਾ, ਸੱਚੇ ਦੀ ਸਿਫਤ ਸਲਾਹ ਤੋਂ ਬਿਨਾ, ਸੱਚੇ ਦੇ ਗੁਣਾਂ ਤੋਂ ਬਿਨਾ, ਸੱਚੇ ਪ੍ਰਭੂ ਦੀ ਰਜ਼ਾ ਵਿੱਚ ਤੁਰਨ ਤੋਂ ਬਿਨਾ ਇਹ ਜੀਵਨ ਫਿਟਕਾਰਯੋਗ ਹੈ। ਜੇ ਅਸੀਂ ਗੁਣਾਂ ਨੂੰ ਫੋਲੋ ਨਹੀਂ ਕਰਦੇ ਤਾਂ ਫਿਰ ਇਹ ਜੀਵਨ ਬੇਕਾਰ ਔਰ ਵਿਅਰਥ ਹੈ, ਲਾਨਤਯੋਗ ਹੈ। ਪ੍ਰਭ ਦਾਤਾ ਦਾਤਾਰ
ਨਿਹਚਲ ਇਹ ਧਨ। ਪ੍ਰਭੂ ਸਭ ਦਾਤਾਂ ਦੇਣ ਵਾਲਾ ਹੈ। ਤੇ ਨਿਹਚਲ ਦਾ ਮਤਲਬ ਨਾਸ ਨਾ ਹੋਣ ਵਾਲਾ। ਇਹ ਜਿਹੜਾ ਧਨ ਹੈ ਨਾ, ਪ੍ਰਭੂ ਦਾ ਹੁਕਮ ਦਾ, ਪ੍ਰਭੂ ਦੇ ਗੁਣਾਂ ਦਾ, ਇਹ ਧਨ ਕਦੇ ਨਾਸ ਹੋਣ ਵਾਲਾ ਨਹੀਂ ਹੈ, ਆਤਮਿਕ ਜੀਵਨ ਦੇਣ ਵਾਲਾ ਹੈ। ਜੇ ਬੰਦਾ ਗੁਣਾਂ ਦੇ ਨਾਲ ਜੁੜ ਜਾਏ, ਗੁਣ ਸदैवी ਨੇ, ਤੇ ਇਹਨਾਂ ਗੁਣਾਂ ਤੋਂ ਜਿਹੜਾ ਉਪਜਿਆ ਸੁਖ ਹੋਵੇਗਾ ਉਹ ਵੀ ਸदैवी ਹੋਵੇਗਾ। ਤਾਂ ਪ੍ਰਭੂ ਦਾ ਜੋ ਨਾਮ ਧਨ ਹੈ, ਜੋ ਹੁਕਮ ਹੈ, ਉਹ ਨਿਹਚਲ ਹੈ, ਉਹ ਸदैवी ਹੈ, ਤੇ ਪ੍ਰਭੂ ਆਪ ਦਾਤਾਂ ਦੇਣ ਵਾਲਾ ਹੈ। ਯਾਨੀ ਰੱਬੀ ਰਜਾ ਭਾਣੇ ਦੇ ਅੰਦਰ ਹੀ ਦਾਤਾਂ ਮਿਲਦੀਆਂ ਨੇ, ਔਰ ਇਹ ਜਿਹੜੀਆਂ ਰੱਬ ਦੀਆਂ ਦਾਤਾਂ ਨੇ, ਗੁਣ ਆਦਿਕ ਨੇ, ਇਹਨਾਂ ਤੋਂ ਉਪਜਿਆ ਹੋਇਆ ਸੁਖ ਨਿਹਚਲ ਹੈ, ਸदैव ਹੈ। ਇਸ ਲਈ ਇਹ ਦਾਤਾਂ ਸਾਨੂੰ ਹੋਰ ਕਿਤੋਂ ਨਹੀਂ ਮਿਲ ਸਕਦੀਆਂ। ਰੱਬੀ ਰਜਾ ਤੋਂ ਉਲਟ ਜ਼ਿੰਦਗੀ ਜੀ ਕੇ ਨਹੀਂ ਪਾ ਸਕਦੇ। ਰੱਬੀ ਰਜਾ ਦੇ ਵਿੱਚ ਪਾ ਸਕਦੇ ਹਾਂ, ਕਿਉਂਕਿ ਉਹ ਦਾਤਾ ਹੈ, ਦਾਤਾਂ ਦੇਣ ਵਾਲਾ ਹੈ। ਉਹਦੇ ਇਹ ਜੋ ਸ਼ੁਭ ਗੁਣ ਨੇ ਔਰ ਰੱਬ ਦੀ ਜੋ ਰਜਾ ਹੈ ਉਹ ਅਟਲ ਹੈ। ਇਸ ਲਈ ਉਸ ਅਟਲ ਹੁਕਮ ਦੇ ਅੰਦਰ ਜਿਹੜਾ ਜੀਵ ਚੱਲੇਗਾ, ਗੁਣਾਂ ਦਾ ਧਾਰਨੀ ਹੋਵੇਗਾ, ਉਹ ਇਸ ਅਟਲ ਸੁਖ ਨੂੰ ਵੀ ਪਾ ਲਵੇਗਾ। ਇਸ ਲਈ ਸਾਸ ਸਾਸ ਆਰਾਧੇ ਨਿਰਮਲ ਸੋਏ ਜਨ। ਸਾਸ ਸਾਸ ਦਾ ਮਤਲਬ ਹਰ ਸਵਾਸ ਨਾਲ, ਹਰ ਸਮੇਂ। ਆਰਾਧੇ ਦਾ ਮਤਲਬ ਯਾਦ ਰੱਖਦਾ ਹੈ। ਜੋ ਇਨਸਾਨ ਸਵਾਸ ਸਵਾਸ ਭਾਵ ਹਰ ਸਮੇਂ ਰੱਬੀ ਗੁਣਾਂ ਨੂੰ ਯਾਦ ਰੱਖਦਾ ਹੈ, ਉਹ ਇਨਸਾਨ ਪਵਿੱਤਰ ਹੋ ਜਾਂਦਾ ਹੈ। ਉਹ ਇਨਸਾਨ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ। ਉਹ ਇਨਸਾਨ ਪਵਿੱਤਰ ਜੀਵਨ ਵਾਲਾ ਹੈ ਜੋ ਹਰ ਸਵਾਸ ਨਾਲ ਰੱਬੀ ਗੁਣਾਂ ਨੂੰ ਯਾਦ ਰੱਖ ਰਿਹਾ, ਮਤਲਬ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਦਾ ਹੈ। ਜਿਹੜਾ ਵੀ ਇਨਸਾਨ ਚਾਹੁੰਦਾ ਹੈ ਪਵਿੱਤਰ ਜੀਵਨ ਵਾਲਾ ਬਣਨਾ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਹੈ। ਉਹੀ ਇਨਸਾਨ ਪਵਿੱਤਰ ਜੀਵਨ ਵਾਲਾ ਹੈ, ਮਹਾਨ ਜੀਵਨ ਵਾਲਾ ਹੈ, ਜੋ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਦਾ ਹੈ। ਅੰਤਰਜਾਮੀ ਅਗੰਮ ਰਸਨਾ ਏਕ ਭਨ। ਭਨ ਦਾ ਮਤਲਬ ਉਚਾਰ, ਬੋਲ। ਰਸਨਾ ਦਾ ਮਤਲਬ ਜੀਭ। ਅੰਤਰਜਾਮੀ ਦਾ ਮਤਲਬ ਹਰ ਇੱਕ ਦੇ ਦਿਲ ਦੀ ਜਾਣਨ ਵਾਲਾ, ਤੇ ਅਗੰਮ ਦਾ ਭਾਵ ਜਿਸ ਤੱਕ ਪਹੁੰਚ ਨਹੀਂ ਹੈ। ਜੀਭ ਨਾਲ ਉਸ ਇੱਕ ਪ੍ਰਭੂ ਨੂੰ ਯਾਦ ਕਰ ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਔਰ ਜੋ ਅਗੰਮ ਹੈ, ਜੀਵਾਂ ਦੀ ਪਹੁੰਚ ਤੋਂ ਪਰੇ ਹੈ। ਅਗੰਮ ਹੈ ਯਾਨੀ ਉਹ ਅਨੰਤ ਹੈ, ਪਹੁੰਚ ਤੋਂ ਪਰੇ ਹੈ, ਉਹਦਾ ਅੰਤ ਨਹੀਂ ਪਾਇਆ ਜਾਂਦਾ, ਅੰਦਰ ਦੀ ਜਾਣਨ ਵਾਲਾ ਹੈ। ਗੁਰੂ ਜੀ ਕਹਿੰਦੇ ਨੇ ਰਸਨਾ ਦੇ ਨਾਲ ਉਹਦੇ ਗੁਣ ਗਾਓ। ਦੇਖੋ ਕਿੰਨਾ ਸੌਖਾ ਸਾਧਨ ਦੱਸਦੇ ਨੇ ਪਏ ਕਿ ਜਦੋਂ ਵੀ ਗੱਲਬਾਤ ਕਰੋ, ਪੋਜ਼ਿਟਿਵ ਕਰੋ, ਗੁਣਾਂ ਦੀ ਗੱਲ ਕਰੋ, ਸੱਚ ਬੋਲੋ, ਪਿਆਰ ਵਾਲੇ ਬੋਲ ਬੋਲੋ, ਨਿਮਰਤਾ ਵਾਲੇ ਬੋਲ ਬੋਲੋ, ਵਿਕਾਸ ਵਾਲੇ ਬੋਲ ਬੋਲੋ, ਸਰਬੱਤ ਦੇ ਭਲੇ ਦੇ ਬੋਲ ਬੋਲੋ। ਕਿਉਂਕਿ ਅਸੀਂ ਬਾਹਰੋਂ ਹੋਰ ਬੋਲ ਬੋਲ ਕੇ ਰੱਬ ਨੂੰ ਇਮੋਸ਼ਨਲ ਬਲੈਕਮੇਲ ਨਹੀਂ ਕਰ ਸਕਦੇ। ਸਾਨੂੰ ਫਲ ਉਸ ਚੀਜ਼ ਦਾ ਮਿਲਣਾ ਹੈ ਜੋ ਸੋਚ ਦੇ ਅੰਦਰ ਹੈ। ਜੇ ਸੋਚ ਦੇ ਅੰਦਰ ਬੁਰਾਈਆਂ ਨੇ ਤੇ ਜ਼ਬਾਨੀ ਬੰਦਾ ਉਤੋਂ ਚੰਗੀਆਂ ਚੰਗੀਆਂ ਗੱਲਾਂ ਕਰੀ ਜਾਏ, ਤਾਂ ਉਹਦੇ ਅੰਦਰ ਸ਼ਾਂਤੀ ਪੈਦਾ ਨਹੀਂ ਹੋਏਗੀ, ਕਿਉਂਕਿ ਅੰਦਰ ਤੇ ਵਿਕਾਰ ਨੇ, ਪਾਪ ਨੇ। ਤਾਂ ਅੰਦਰ ਦੀ ਗੱਲ ਉਹ ਜਾਣਦਾ ਹੈ, ਸਾਡੇ ਅੰਦਰ ਹੀ ਬੈਠਾ ਨਾ। ਮੈਂ ਤੁਹਾਡੇ ਸਾਹਮਣੇ ਝੂਠ ਬੋਲਦਾ ਤਾਂ ਤੁਹਾਨੂੰ ਤਾਂ ਪਤਾ ਹੋ ਸਕਦਾ ਹੈ ਨਾ ਲੱਗੇ, ਪਰ ਮੈਨੂੰ ਤਾਂ ਪਤਾ ਹੈ ਨਾ ਕਿ ਮੈਂ ਝੂਠ ਬੋਲ ਰਿਹਾ। ਮੈਂ ਆਪਣੇ ਆਪ ਤੋਂ ਕਿਵੇਂ ਲੁਕਾ ਸਕਦਾ? ਤੇ ਮੇਰਾ ਆਪਣਾ ਆਪਾ ਹੀ ਰੱਬ ਹੈ, ਤਾਂ ਮੈਂ ਆਪਣੇ ਆਪ ਤੋਂ ਕਿਵੇਂ ਛੁਪਾਵਾਂ? ਇਸ ਲਈ ਗੁਰੂ ਜੀ ਕਹਿੰਦੇ ਨੇ ਸਭ ਦੇ ਦਿਲ ਦੀਆਂ ਜਾਣਨ ਵਾਲਾ ਹੈ। ਤਾਂ ਤੁਸੀਂ ਰਸਨਾ ਦੇ ਨਾਲ ਇੱਕ ਪ੍ਰਭੂ ਦੇ ਗੁਣ ਗਾਓ। ਰਵ ਰਹਿਆ ਸਰਬਤ ਨਾਨਕ ਬਲ ਜਾਈ। ਗੁਰੂ ਸਾਹਿਬ ਜੀ ਕਹਿੰਦੇ ਨੇ ਪ੍ਰਭੂ ਸਾਰਿਆਂ ਦੇ ਅੰਦਰ ਵਿਆਪਕ ਹੈ। ਸਰਬਤ ਦਾ ਮਤਲਬ ਸਭ ਥਾਵਾਂ ਤੇ ਵਿਆਪਕ ਹੈ। ਨਾਨਕ ਬਲ ਜਾਈ, ਮੈਂ ਉਸ ਪ੍ਰਭੂ ਤੋਂ ਸਦਕੇ ਹੁੰਦਾ ਹਾਂ, ਮੈਂ ਉਸ ਪ੍ਰਭੂ ਤੋਂ ਕੋਲ ਘੁਮਾਈ ਹਾਂ, ਵਾਰ ਨੇ ਸਦਕੇ ਹਾਂ, ਜੋ ਸਭ ਥਾਵਾਂ ਦੇ ਉੱਤੇ ਵਿਆਪਕ ਹੈ। ਸਭ ਥਾਵਾਂ ਦੇ ਵਿੱਚ ਜਿਹੜਾ ਮਾਲਕ ਪ੍ਰਭੂ ਰਮਿਆ ਹੋਇਆ ਹੈ, ਮੈਂ ਉਸ ਮਾਲਕ ਪ੍ਰਭੂ ਤੋਂ ਕੁਰਬਾਨ ਹਾਂ, ਵਾਰ ਨੇ ਸਦਕੇ ਹਾਂ, ਉਸ ਪ੍ਰਭੂ ਦੇ ਮੈਂ ਗੁਣ ਗਾਉਂਦਾ ਹਾਂ। ਤਾਂ ਇਹਨਾਂ ਸ਼ਲੋਕਾਂ ਰਾਹੀਂ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਇਸ ਦੁਨੀਆ ਦੇ ਅੰਦਰ ਆਮ ਜੋ ਇਨਸਾਨ ਹੈ, ਬਹੁ ਗਿਣਤੀ, ਉਹ ਵਿਕਾਰਾਂ, ਪਾਪਾਂ
ਔਰ ਅਪਰਾਧਾਂ ਦੇ ਅੰਦਰ ਫਸੀ ਹੋਈ ਪ੍ਰਤੀਤ ਹੁੰਦੀ ਹੈ। ਕੁਝ ਵਿਰਲੇ ਨੇ ਜੋ ਇਸ ਸੰਸਾਰ ਵਿੱਚ ਰਹਿੰਦੇ ਹੋਏ ਇਹਨਾਂ ਵਿਕਾਰਾਂ ਤੋਂ ਨਿਰਲੇਪ ਨੇ। ਇਹਨਾਂ ਵਿਕਾਰਾਂ ਤੋਂ ਨਿਰਲੇਪ ਹੋਇਆ ਜਾ ਸਕਦਾ ਹੈ। ਆਸਾਵਾਂ ਦੇ ਹੱਥ ਵਿੱਚ ਕੁਝ ਨਹੀਂ ਹੈ, ਸਭ ਕੁਝ ਰੱਬੀ ਹੁਕਮ ਦੇ ਅੰਦਰ ਹੈ। ਜੇ ਗੁਰੂ ਦੇ ਗਿਆਨ ਅਨੁਸਾਰ, ਗੁਰੂ ਤੋਂ ਗਿਆਨ ਦੀ ਦਾਤ ਲੈ ਕੇ ਰੱਬੀ ਰਜ਼ਾ ਮੁਤਾਬਕ ਤੁਰਿਆ ਜਾਏ, ਰੱਬੀ ਗੁਣਾਂ ਨੂੰ ਗਾਇਆ ਜਾਏ, ਤਾਂ ਹਰ ਇਨਸਾਨ ਇਸ ਸੰਸਾਰ ਦੇ ਅੰਦਰ ਨਿਰਲੇਪ ਹੋ ਸਕਦਾ ਹੈ, ਵਿਕਾਰਾਂ ਤੋਂ ਰਹਿਤ ਹੋ ਸਕਦਾ ਹੈ, ਚੰਗੀ ਜ਼ਿੰਦਗੀ ਜੀ ਸਕਦਾ ਹੈ। ਔਰ ਪਹਿਲੇ ਸ਼ਲੋਕਾਂ ਦੇ ਵਿੱਚ ਸਾਨੂੰ ਦੱਸਿਆ ਹੈ ਕਿ ਜਿਵੇਂ ਕਪਾਹ ਦੀ ਮਿਸਾਲ ਦਿੱਤੀ ਕਿ ਕਪਾਹ ਚੁਗਿਆ, ਉਹਨੂੰ ਵੇਲਿਆ, ਉਹਨੂੰ ਬੁਣਿਆ, ਉਹਦਾ ਕੱਪੜਾ ਬਣਿਆ, ਰੰਗ ਚਾੜਿਆ, ਸੂਈ ਦੇ ਆਪਣਾ ਕੈਂਚੀ ਨੇ ਕੱਟਿਆ, ਦਰਜੀ ਨੇ ਪਾੜਿਆ, ਲੇਕਿਨ ਸੂਈ ਤੇ ਧਾਗਾ ਉਹਨੂੰ ਫਿਰ ਸੀ ਦਿੰਦਾ ਹੈ। ਇਸੇ ਤਰ੍ਹਾਂ ਜੇ ਕੋਈ ਬੰਦਾ ਵਿਕਾਰਾਂ ਦੇ ਅੰਦਰ ਖਚਤ ਹੋ ਚੁੱਕਾ ਹੈ, ਜੇ ਉਹ ਆਪਣੀ ਇੱਜ਼ਤ ਬਣਾਉਣੀ ਚਾਹੁੰਦਾ ਹੈ, ਦੁਬਾਰਾ ਹਾਸਲ ਕਰਨੀ ਚਾਹੁੰਦਾ ਹੈ, ਤਾਂ ਪੋਸੀਬਿਲਿਟੀ ਹੈ ਬੰਦਾ ਰੱਬੀ ਗੁਣਾਂ ਦੇ ਨਾਲ ਜੁੜੇ, ਪੋਜ਼ਿਟਿਵ ਸੋਚੇ, ਸਕਾਰਾਤਮਕ ਸੋਚੇ, ਗੁਰਮਤ ਦੇ ਮਾਰਗ ਤੇ ਚੱਲੇ, ਤਾਂ ਹਰ ਇਨਸਾਨ ਫਿਰ ਆਪਣੀ ਇੱਜ਼ਤ ਹਾਸਲ ਕਰ ਸਕਦਾ ਹੈ, ਮਾਣ ਹਾਸਲ ਕਰ ਸਕਦਾ ਹੈ। ਤਾਂ ਗੁਰੂ ਜੀ ਸਾਨੂੰ ਸਕਾਰਾਤਮਕ ਸੋਚ ਦੇ ਰਹੇ ਹਨ ਕਿ ਜੇ ਕਿਤੇ ਗਲਤੀਆਂ ਭੁੱਲਾਂ ਹੋਈਆਂ ਨੇ ਤਾਂ ਉਹਨਾਂ ਨੂੰ ਬਦਲਿਆ ਜਾ ਸਕਦਾ ਹੈ। ਨਾਲ ਸਾਨੂੰ ਇਹ ਦੱਸਿਆ ਹੈ ਕਿ ਰੱਬ ਨੂੰ ਜਿਹੜਾ ਹੈ ਜੀਵਾਂ ਆਦਿਕ ਦੀ ਬਲੀ ਦੇ ਕੇ ਖੁਸ਼ ਨਹੀਂ ਕੀਤਾ ਜਾ ਸਕਦਾ। ਆਪਣੇ ਜੀਵਨ ਨੂੰ ਇਸ ਤਰ੍ਹਾਂ ਬਣਾਓ ਕਿ ਤੁਸੀਂ ਰੱਬ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਓ। ਸੱਚ, ਗੁਰੂ ਦਾ ਗਿਆਨ, ਰੱਬੀ ਗੁਣ ਔਰ ਵਿਕਾਰਾਂ ਤੋਂ ਨਿਰਲੇਪ ਹੋ ਕੇ ਰੱਬੀ ਦਰ ਤੇ ਪ੍ਰਵਾਨ ਹੋਇਆ ਜਾ ਸਕਦਾ ਹੈ ਔਰ ਰੱਬੀ ਦੀਦਾਰ ਦੇ ਅੰਦਰ ਸਦਾ ਸਦਾ ਵਾਸਤੇ ਸਮਾਇਆ ਜਾ ਸਕਦਾ ਹੈ।